ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਸਭ ਨੂੰ ਖਬਰ ਦੇ, ਸਭ ਦੀ ਖਬਰ ਲਏ। ਮੌਜੂਦਾ ਹਾਲਾਤ ਧਾਰਮਿਕ, ਸਮਾਜਿਕ, ਪੰਥਕ, ਰਾਜਨੀਤਿਕ ਹਰ ਉਸ ਮਸਲੇ ਨੂੰ ਜਿਸ ਦਾ ਸਾਡੇ ਨਾਲ ਤਾਲੁਕ ਹੈ ਜਾਂ ਹੋ ਸਕਦਾ ਹੈ, ਸਾਡੀ ਕੋਸ਼ਿਸ਼ ਹੁੰਦੀ ਹੈ ਉਸ ਦੇ ਉੱਤੇ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰੀਏ, ਤੁਹਾਨੂੰ ਜਾਣਕਾਰੀ ਭਰਪੂਰ ਉਹ ਸਾਰੇ ਹਵਾਲੇ ਦੇਣ ਦੀ ਕੋਸ਼ਿਸ਼ ਕਰੀਏ ਜਿਨ੍ਹਾਂ ਦਾ ਤਾਲੁਕ ਹੈ। ਦਰਅਸਲ ਇਹ ਜਦੋਂ ਰੈਫਰੈਂਸਸ, ਹਵਾਲੇ ਜਾਂ ਉਹ ਖਬਰਾਂ ਉਹਨਾਂ ਦੇ ਸਹੀ ਤੱਥ ਅਗਰ ਤੁਹਾਨੂੰ ਪਹੁੰਚ ਜਾਣ ਤਾਂ ਤੁਸੀਂ ਫਿਰ ਆਪਣਾ ਉਸ ਦੇ ਉੱਤੇ ਵਿਚਾਰ ਬਣਾ ਸਕਦੇ ਹੋ, ਵਿਚਾਰ ਪ੍ਰਗਟ ਕਰ ਸਕਦੇ ਹੋ। ਮੌਜੂਦਾ ਦੌਰ ਕਾਫੀ ਮਹੱਤਵਪੂਰਨ ਹੈ। ਦੇਸ਼ ਦੇ ਹਾਲਾਤ ਵੀ ਬਦਲ ਰਹੇ ਹਨ। ਚੋਣਾਂ ਸਿਰ ਦੇ ਉੱਤੇ ਆਈਆਂ ਹਨ। ਭਾਂਤ-ਭਾਂਤ ਦੇ ਰੰਗ ਬਿਰੰਗੇ ਲੀਡਰ ਵੀ, ਰਾਜਨੀਤਿਕ ਦਲ ਵੀ, ਪਾਰਟੀਆਂ ਵੀ, ਨਾਅਰੇ ਵੀ ਉਹ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਿੱਖ ਪੰਥ ਜਿੱਥੇ ਕਦੇ ਸਮਾਂ ਸੀ ਆਪਣੀ ਆਜ਼ਾਦਾਨਾ ਤੌਰ ਦੇ ਉੱਤੇ ਆਜ਼ਾਦ ਹਸਤੀ ਦੇ ਰਾਹੀਂ ਆਪਣੇ ਨਿਰਣੇ ਕਰਦਾ ਸੀ, ਬਲਕਿ ਜੇਕਰ ਇਹ ਕਹਿ ਲਿਆ ਜਾਏ ਤਾਂ ਬਿਲਕੁਲ ਅਤਕਥਨੀ ਨਹੀਂ, ਬਿਲਕੁਲ ਸੱਚਾਈ ਹੈ ਕਿ ਦੇਸ਼ ਦੀ ਵੰਡ ਤੋਂ ਪਹਿਲੇ ਸ਼੍ਰੋਮਣੀ ਅਕਾਲੀ ਦਲ ਦਾ ਰੁਤਬਾ ਇਹ ਸੀ ਕਿ ਬਾਕੀ ਰਾਜਨੀਤਿਕ ਪਾਰਟੀਆਂ ਇਸ ਦੇ ਕੋਲੋਂ ਅਗਵਾਈ ਲੈਂਦੀਆਂ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਦੋਂ ਮੀਟਿੰਗ ਹੁੰਦੀ ਸੀ, ਇਹ ਤੱਥਾਂ ਦੇ ਉੱਤੇ ਆਧਾਰਿਤ ਹੈ ਕਿ ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੁੰਦੀ ਸੀ ਤਾਂ ਗਵਰਨਰ ਜਨਰਲ ਆਫ ਇੰਡੀਆ ਵਾਇਸਰਾਏ ਦੇ ਦਫ਼ਤਰ 'ਚੋਂ ਉਹਨਾਂ ਦੇ ਉੱਚ ਅਧਿਕਾਰੀ ਅੰਮ੍ਰਿਤਸਰ ਆ ਕੇ ਬੈਠ ਜਾਂਦੇ ਸੀ ਔਰ ਉੱਥੇ ਵਾਇਰਲੈਸ ਸੈੱਟ ਲੱਗੇ ਹੁੰਦੇ ਸੀ ਔਰ ਪਲ ਪਲ ਦੀ ਖਬਰ ਦਿੰਦੇ ਸੀ ਕਿ ਇੰਗਲੈਂਡ ਦੇ ਵਿੱਚ ਬੈਠ ਕੇ ਸੈਕਟਰੀ ਆਫ ਸਟੇਟ ਖੁਦ ਉਸ ਨੂੰ ਮੋਨੀਟਰ ਕਰਦੇ ਸੀ ਕਿ ਸਿੱਖ ਕਿਹੜਾ ਫੈਸਲਾ ਲੈਣ ਵਾਲੇ ਹਨ। ਔਰ ਇੱਕ ਗੱਲ ਪੱਕੀ ਹੈ, ਉਹ ਜਿਹੜਾ ਫੈਸਲਾ ਲੈ ਲੈਂਦੇ ਸੀ ਕਦੇ ਅੱਜ ਤੱਕ ਨਹੀਂ ਹੋਇਆ ਕਿ ਉਸ ਤੋਂ ਕਦੇ ਇਨਕਾਰੀ ਹੋਏ ਹੋਣ, ਕਦੇ ਮੁਨਕਰ ਹੋਏ ਹੋਣ ਜਾਂ ਕਦੇ ਨਾਕਾਮਯਾਬ ਰਹੇ ਹੋਏ ਹੋਣ। ਚਾਹੇ ਉਹ ਮਸਲਾ ਸ਼ਹੀਦਗੰਜ ਦੀ ਉਸ ਗੁਰਦੁਆਰਾ ਸਾਹਿਬ ਦੇ ਉਸ ਪਾਵਨ ਸਥਾਨ ਦਾ ਸੀ ਜਿਹੜੀ ਮਸਜਿਦ ਬਣ ਚੁੱਕੀ ਸੀ, ਜਾਂ ਹੋਰ ਵੀ ਜਿੰਨੇ ਮੋਰਚੇ ਹੋਣ, ਉਹਨਾਂ ਸਾਰਿਆਂ ਦੇ ਵਿੱਚ ਅਰਦਾਸ ਕਰਕੇ ਉਹ ਲੀਡਰ, ਉਹ ਆਗੂ ਜਦੋਂ ਅਰਦਾਸਾ ਸੋਧ ਕੇ ਉਸ ਪਾਸੇ ਤੁਰਦੇ ਸੀ ਤਾਂ ਜਿੱਤ ਯਕੀਨੀ ਸੀ। ਜਿੱਤਾਂ ਦਏਗਾ ਕਲਗੀਆਂ ਵਾਲਾ, ਵਧੀ ਚਲੋ ਬਈ ਵਧੀ ਚਲੋ, ਇਹ ਨਾਰਾ ਮਾਰਦੇ ਸੀ। ਔਰ ਜਿਹੜੇ ਵਰਕਰ ਵੀ ਸਨ, ਜਿਹੜੇ ਸਿੰਘ ਵੀ ਸਨ, ਉਹ ਵੀ ਇਸ ਜਜ਼ਬੇ ਨਾਲ ਜਾਂਦੇ ਸੀ, ਸੁਣੋ ਖਾਲਸਾ ਜੀ ਸਾਡੇ ਕੂਚ ਡੇਰੇ, ਅਸੀਂ ਆਖਰੀ ਫਤਿਹ ਗਜਾ ਚੱਲੇ। ਜਿਵੇਂ ਪੁਰਾਤਨ ਕਿਹਾ ਜਾਂਦਾ ਹੈ, ਸਾਹਿਬਜ਼ਾਦਾ ਅਜੀਤ ਸਿੰਘ ਨੇ ਕਿਹਾ ਸੀ, ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ, ਅਗਰ ਹਾਰ ਗਿਆ ਹਾਰ ਕੇ ਜੀਤਾ ਨਾ ਆਊਂਗਾ। ਇਸ ਜਜ਼ਬੇ ਦੇ ਨਾਲ ਪੰਥ ਤੇ ਪੰਥਕ ਧਿਰਾਂ ਕੰਮ ਕਰਦੀਆਂ ਸੀ। ਔਰ ਬਹੁਤ ਵੱਡੀ ਗੱਲ ਸੀ ਉਹ ਜਿਹੜਾ ਇਤਿਹਾਸ ਹੈ, ਸੁਨਹਿਰੀ ਇਤਿਹਾਸ ਹੈ, ਜਿਸ ਨੂੰ ਵਾਕਈ ਹੀ ਸ਼ਹੀਦਾਂ ਦਾ ਇਤਿਹਾਸ, ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਸੀ। ਕਿਸੇ ਦੇ ਅਧੀਨ ਨਹੀਂ ਸੀ, ਸਮਝੌਤੇ ਵੀ ਕੀਤੇ, ਵੱਖ-ਵੱਖ ਪਾਰਟੀਆਂ ਨਾਲ ਵੀ ਕੀਤੇ, ਪਰ ਆਪਣੀ ਆਜ਼ਾਦ ਹੋਂਦ ਅਤੇ ਹਸਤੀ ਦੇ ਉੱਤੇ ਕੋਈ ਵੀ ਸਮਝੌਤਾ ਨਹੀਂ ਕੀਤਾ। ਹੁਣ ਦੇ ਬਾਰੇ ਤਾਂ ਦਰਸ਼ਕ ਖੁਦ ਫੈਸਲਾ ਕਰ ਸਕਦੇ ਹਨ ਕਿ ਸਾਡੀ ਪੰਥਕ ਰਾਜਨੀਤੀ ਦਾ ਮੂੰਹ ਮੁਹਾਂਦਰਾ ਕਿੰਨਾ ਕੁ ਹੈ ਔਰ ਕਿਹੜੇ ਪਾਸੇ ਹੈ, ਇਹਦੀ ਡਾਇਰੈਕਸ਼ਨ ਕਿਹੜੇ ਪਾਸੇ ਹੈ, ਇਹ ਅਸੀਂ ਜ਼ਰੂਰ ਕਰਨਾ ਹੈ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਹੀ ਮਹੱਤਵਪੂਰਨ ਇੱਕ ਪੱਖ ਛੋਇਆ ਸੀ। ਰਾਸ਼ਟਰੀ ਸਵੈਮ ਸੇਵਕ ਸੰਘ RSS, ਉਹਨਾਂ ਦੇ ਮੁਖੀ ਸ਼੍ਰੀ ਮੋਹਨ ਭਾਗਵਤ ਜੀ ਨੇ
ਬਿਆਨ ਦਿੱਤਾ ਹੈ ਕਿ ਸਿੱਖ ਹਿੰਦੂ ਹੈ। ਆਜ਼ਾਦ ਹੋਂਦ ਨੂੰ ਮੰਨਣ ਤੋਂ ਇਨਕਾਰ ਕੀਤਾ। ਪਹਿਲੀ ਵਾਰ ਨਹੀਂ ਹੈ, ਬੜੀ ਵਾਰ ਕਰ ਚੁੱਕੇ ਹਨ। ਖੈਰ ਫਰਕ ਵੀ ਨਹੀਂ ਪੈਂਦਾ, ਕਿਸੇ ਦੇ ਸਰਟੀਫਿਕੇਟ ਦੇ ਦੇਣ ਦੇ ਨਾਲ ਜਾਂ ਲੈ ਲੈਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਇੱਕ ਸੋਚ ਦਾ ਜ਼ਰੂਰ ਅੰਤਰ ਹੈ, ਇੱਕ ਸੋਚ ਨਿਰਭਰ ਕਰਦੀ ਹੈ। ਅੱਜ ਜਿਵੇਂ ਅਸੀਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਉਸੇ ਗੱਲ ਨੂੰ ਅੱਗੇ ਤੋਰਦਿਆਂ, ਕਿਉਂਕਿ ਤੁਹਾਡੇ ਵਿਚਾਰ ਬਹੁਤ ਕੀਮਤੀ ਹਨ, ਤੁਹਾਡੀ ਜਾਣਕਾਰੀ ਜਿਹੜੀ ਤੁਸੀਂ ਦੇਣਾ ਚਾਹੁੰਦੇ ਹੋ ਔਰ ਜਿਹੜੇ ਵਿਚਾਰ ਤੁਸੀਂ ਰੱਖਣਾ ਚਾਹੁੰਦੇ ਹੋ, ਕਿਉਂਕਿ ਇਹ ਟਿੱਪਣੀ ਹਰ ਸਿੱਖ ਬਾਰੇ ਹੈ, ਸਾਡੇ ਵਰਤਮਾਨ ਬਾਰੇ ਹੈ, ਸਾਡੇ ਭਵਿੱਖ ਬਾਰੇ ਹੈ। ਅੱਜ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਇੱਕ ਹੋਰ ਸੰਸਥਾ ਹੈ ਜਿਹੜੀ ਇਹਨਾਂ ਦੇ ਅਧੀਨ ਹੈ ਔਰ ਉਸ ਸੰਸਥਾ ਦਾ ਨਾਮ ਹੈ ਰਾਸ਼ਟਰੀ ਸਿੱਖ ਸੰਗਤ, RSS। ਉਹ ਵੀ RSS ਹੈ। ਸ਼ਾਇਦ ਬਹੁਤੇ ਬੰਦਿਆਂ ਨੂੰ ਪਤਾ ਵੀ ਨਹੀਂ ਹੈ RSS ਦਾ ਕਿੱਥੇ ਔਰ ਕੀ ਮਤਲਬ ਨਿਕਲਦਾ ਹੈ। ਜਿੱਥੇ ਲੋੜ ਪੈਂਦੀ ਹੈ ਉਹਨੂੰ ਰਾਸ਼ਟਰੀ ਸਵੈਮ ਸੇਵਕ ਸੰਘ ਵਰਤ ਲਿਆ ਜਾਂਦਾ ਹੈ, ਜਿੱਥੇ ਲੋੜ ਪੈਂਦੀ ਹੈ ਰਾਸ਼ਟਰੀ ਸਿੱਖ ਸੰਗਤ ਵਰਤ ਲਿਆ ਜਾਂਦਾ ਹੈ। ਸੋ ਇਹ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਅਧੀਨ ਬਣਾਈ ਹੋਈ ਸੰਸਥਾ, ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਸਿੱਖਾਂ ਨੂੰ ਮੈਂਬਰ ਬਣਾ ਕੇ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਫਿਲਾਸਫੀ ਦੇ ਨਾਲ ਜੋੜਨ ਦਾ ਇਹ ਉਪਰਾਲਾ, ਇਹ ਉਸ ਵੇਲੇ ਸ਼ੁਰੂ ਹੋਇਆ ਜਦੋਂ ਸਾਕਾ ਨੀਲਾ ਤਾਰਾ ਹੋ ਗਿਆ, ਕੱਲੂਕਾਰਾ ਹੋ ਗਿਆ, ਔਰ ਜਦੋਂ ਬਹੁਤ ਹੀ ਨਿਰਾਸਤਾ ਵਾਲੀ ਹਾਲਤ ਸੀ, ਉਸ ਵੇਲੇ 24 ਨਵੰਬਰ 1986 ਨੂੰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਵਸ ਦੇ ਉੱਤੇ RSS ਵੱਲੋਂ ਰਾਸ਼ਟਰੀ ਸਿੱਖ ਸੰਗਤ ਦੀ ਸਥਾਪਨਾ ਕੀਤੀ ਗਈ। ਕਾਨਪੁਰ ਦੇ ਸਰਦਾਰ ਸ਼ਮਸ਼ੇਰ ਸਿੰਘ ਇਸ ਦੇ ਪਹਿਲੇ ਕੋਆਰਡੀਨੇਟਰ ਤੇ ਪ੍ਰਧਾਨ ਥਾਪੇ ਗਏ ਔਰ ਉਸ ਵੇਲੇ ਤੋਂ ਇਹ ਸੰਸਥਾ ਲਗਾਤਾਰ ਕੰਮ ਕਰ ਰਹੀ ਹੈ, ਪਰ ਨਿਸ਼ਾਨਾ ਬਿਲਕੁਲ ਉਹੀ ਹੈ। ਅਸੀਂ ਅੱਜ ਤੁਹਾਨੂੰ ਇਸ ਸੰਸਥਾ ਦੇ ਬਾਰੇ ਜ਼ਰੂਰ ਜਾਣਕਾਰੀ ਦਿਆਂਗੇ ਕਿ ਇਹ ਜਿਹੜਾ ਲਫ਼ਜ਼ ਹੈ ਰਾਸ਼ਟਰੀ ਸਿੱਖ ਸੰਗਤ, ਇਹ ਤਿੰਨ ਲਫ਼ਜ਼ਾਂ ਦੇ ਉੱਤੇ ਆਧਾਰਿਤ ਹੈ। ਕਿੰਨਾ ਕੁ ਰਾਸ਼ਟਰੀ, ਕਿੰਨਾ ਕੁ ਸਿੱਖ ਤੇ ਕਿੰਨੀ ਕੁ ਸੰਗਤ, ਕੀ ਇਹ ਸਾਰਥਕ ਹੈ ਆਪਣੇ ਨਾਮ ਦੇ ਨਾਲ? ਕਿਉਂਕਿ ਇਹ ਇਨਫੋਰਮੇਸ਼ਨ ਜਾਂ ਜਾਣਕਾਰੀ ਹਾਸਲ ਹੋਏ ਅੱਗੇ ਤੋਂ ਫਿਰ ਆਸਾਨੀ ਹੁੰਦੀ ਹੈ। ਇੱਕ ਗੱਲ ਹੋਰ ਦੱਸ ਦਈਏ, 3 ਹੁਕਮਨਾਮੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹਨ ਕਿ RSS ਪੰਥ ਵਿਰੋਧੀ ਸੰਸਥਾ ਹੈ, ਇਹਨਾਂ ਦੇ ਇਰਾਦਿਆਂ ਤੋਂ ਬਚ ਕੇ ਰਹਿਣਾ ਚਾਹੀਦਾ। ਇਹ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰੀ ਹੈ। ਇੱਕ ਹੋਰ ਬੜੀ ਵੱਡੀ ਇਨਫੋਰਮੇਸ਼ਨ ਹੈ ਕਿ ਰਾਸ਼ਟਰੀ ਸਿੱਖ ਸੰਗਤ ਦੇ ਮੁਖੀ ਗੁਰਚਰਨ ਸਿੰਘ ਗਿੱਲ, ਜਦੋਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਜਾਰੀ ਹੋਏ, ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਚਿੱਠੀ ਜਾਰੀ ਕੀਤੀ ਕਿ ਅਕਾਲ ਤਖਤ ਸਾਹਿਬ ਨੇ ਇਹਨਾਂ ਨੂੰ ਮਾਫ ਕਰ ਦਿੱਤਾ ਹੈ ਔਰ ਹੁਕਮਨਾਮਾ ਵਾਪਸ ਲੈ ਲਿਆ। ਬਾਅਦ ਵਿੱਚ ਪਤਾ ਲੱਗਾ ਕਿ ਉਹ ਚਿੱਠੀ ਵੀ ਜਾਲੀ ਸੀ, ਜਿਹੜੀ ਕਿ RSS ਵੱਲੋਂ ਜਾਰੀ ਕੀਤੀ ਗਈ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਥੱਲੇ, ਉਹਨਾਂ ਦੀ ਮੋਹਰ ਦੇ ਥੱਲੇ। ਉਹ ਜਥੇਦਾਰ ਜੋਗਿੰਦਰ ਸਿੰਘ ਜੀ ਦੇ ਸਮੇਂ ਉਹਨਾਂ ਦੇ ਜਾਲੀ ਦਸਤਖਤ ਜਾਰੀ ਕਰਕੇ ਉਹ ਚਿੱਠੀ ਜਾਰੀ ਕੀਤੀ ਗਈ ਤਾਂ ਕਿ ਇਹ ਭੁਲੇਖਾ ਕਾਇਮ ਰੱਖਿਆ ਜਾ ਸਕੇ, ਪਰ ਖੈਰ ਉਹ ਸਮੇਂ ਸਿਰ ਉਜਾਗਰ ਹੋ ਗਿਆ। ਅੱਜ ਇਸ ਦੇ ਬਾਰੇ ਤੁਹਾਨੂੰ ਜ਼ਰੂਰ ਜਾਣਕਾਰੀ ਦੇਵਾਂਗੇ ਔਰ ਇਸ ਦੇ ਨਾਲ ਹੀ ਤੁਹਾਡੇ ਵਿਚਾਰਾਂ ਲਈ ਬੇਨਤੀ ਵੀ ਕਰਾਂਗੇ। ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਪੰਥਕ ਹਿੱਤ ਦੇ ਵਿੱਚ ਕੀ ਕਰਨਾ ਚਾਹੀਦਾ, ਇਸ ਦੇ ਬਾਰੇ ਤੁਹਾਡੇ ਵਿਚਾਰ ਲਵਾਂਗੇ। ਪਰ ਵਕਫੇ ਤੋਂ ਪਹਿਲਾਂ ਬਹੁਤ ਛੋਟੀਆਂ-ਛੋਟੀਆਂ 2 ਸੁਰਖੀਆਂ ਹਨ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰੀਏ। ਜਗਦੀਸ਼ ਟਾਈਟਲਰ, ਜਿਸ ਦੇ ਉੱਤੇ ਕਾਂਗਰਸ ਦਾ ਉਹ ਆਗੂ ਜਿਸ ਦੇ ਉੱਤੇ ਭੀੜ ਨੂੰ ਭੜਕਾਉਣ, ਦੰਗੇ ਕਰਨ, ਸਿੱਖ ਕਤਲੇਆਮ ਦੇ ਦੋਸ਼ ਹੋਣ ਦਾ ਜਿਸ ਦੇ ਉੱਤੇ ਆਰੋਪ ਹਨ ਔਰ ਜਿਸ ਨੂੰ CBI ਨੇ ਬਰੀ ਕਰ ਦਿੱਤਾ ਸੀ, ਪਰ ਟਰਾਇਲ ਕੋਰਟ ਨੇ CBI ਦੀ ਦਿੱਤੀ ਹੋਈ ਕਲੀਨ ਚਿੱਟ ਨੂੰ ਰੱਦ ਕਰਕੇ ਦੁਬਾਰਾ ਮੁਕੱਦਮਾ ਚਲਾਇਆ। ਬਾਅਦ ਵਿੱਚ ਜਗਦੀਸ਼ ਟਾਈਟਲਰ ਨੇ
बड़ी कोशिश की हाई कोर्ट में जाण दी और उत्थों कोई अपने हक विच लैण दी फैसला, पर वो नहीं कामयाब होया। हुण दिल्ली हाई कोर्ट दे विच जगदीश टाइटलर ने फिर एक अर्जी दाखिल की कि उस दे उत्ते कीती जा रहे ट्रायल नूं, जिहड़ी उहदे उत्ते मुकदमा चल रहा है, उस दे उत्ते रोक लगा दी जाए। पर जस्टिस VP वैश ने इस अर्जी नूं रद्द कर दिता, मन्नण तो इनकार कर दिता अते अगली तारीख 17 अप्रैल दी पाई। हालांकि जगदीश टाइटलर वल्लों ये कहा गया सी कि ये तारीख छेती ही मुकर्रर की जाए, पर अदालत ने, मानयोग अदालत ने इस दलील नूं मन्नण तो इनकार कर दिता। एक पासे तो 1986 तो लैके ये जिहड़ा मुकदमा 1984 दे उस कतलेआम दा मुकदमा इन्ने साल लटकदा रहा, पर हुण जगदीश टाइटलर वल्लों ये प्ली लई गई कि इसका फैसला छेती किया जाए। कि ये आने वालियां चोणां नूं मुख रख के किया गया या इस दे पिछे किहड़ी भावना सी, ये कहा नहीं जा सकता, पर अदालत ने कोई भी राहत देण तो इनकार कर दिता है। अगली सुर्खी बहुत छोटी जी है, किसी टिप्पणी की मुताज नहीं, विस्तार सहित असी प्रोग्राम लैके आवांगे। सरदार प्रकाश सिंह बादल मुख मंत्री पंजाब, उन्होंने बादल पिंड दे विच्चों खेतां दी मिट्टी अते ज़रायती संद इकट्ठे करने शुरू किए हैं और कमल शर्मा भारतीय जनता पार्टी दे मुखी, पंजाब दे मुखी नूं दिते हैं कि वो पंजाब दे सारे पिंडां चों मिट्टी अते संद इकट्ठे करके देणगे भारतीय जनता पार्टी नूं, तां कि बल्लभ भाई पटेल, जिन्हां नूं सरदार पटेल करके कहा जाता है, उन्हां दा 2500 करोड़ रुपए की लागत नाल बनन वाला बुत उहदे लई ये शामिल हो सकन। सरदार प्रकाश सिंह बादल का कहना है कि पटेल दी वड्डी शख्सियत सी और उन्हां दी बड़ी वड्डी देन है। आने वाले नवीं पीढ़ी नूं उन्हां दे बारे जानकारी जरूरी है, नवीं जनरेशन नूं पता लगना चाहिए कि सरदार पटेल दियां किहड़ियां देश प्रति सेवावां हन। बिल्कुल निरपक्ष हो के सरदार पटेल दे बारे पूरी जानकारी होनी चाहिए है और पंजाब दे बारे भी ज़रूर जानकारी शामिल करनी चाहिए है कि किस तरह सरदार पटेल दे होम मिनिस्टर हुंदियां ये सर्कुलर जारी होया सी कि सिख जराइम पेशा कौम है और उन्हां दे इस राजकाल दे विच ही कांग्रेस वल्लों कीते हुए सारे वादियां नूं बिल्कुल मन्नण तो इनकार कर दिता गया सी कि वो सारे वायदे वक्त दे नाल कीते गए सी, हुण पूरे नहीं कीते जा सकते अते ये सरदार पटेल दे इस राजकाल दे विच ही सी कि अकाली लीडरशिप नूं जेलों दे विच बंद किया गया और सीधा ही अकाली राजनीति नूं चैलेंज भी किया गया। सो ये हन कुछ सुर्खियां, असी विस्तार सहित फिर किसी वेले इस दे उत्ते तुहाडे नाल विचार साझे करांगे। हुण समा है एक छोटे ਜਿਹੇ वक्फे का। गैर पंजाबी दे दानश्वर दर्शकों ते सुचेत ਸਰੋਤਾ जनां दा वक्फे दे बाद निੱਘਾ स्वागत है। भारत एक सैकुलर मुल्क है, हर फिरके नूं अपने अपने धर्म की पालना करन दा अधिकार है। इत्थे दे संविधान दे विच भी बिल्कुल यही लिखिया है कि हर फिरका अपने धर्म की पालना कर सकता है। बल्कि कई बार एक गल बड़ी महत्वपूर्ण जिहड़ी जानकारी तुहानूं दे दईए कि जदों कॉन्स्टिट्यूशन संविधान जदों बनाया जाता है या कानून पास किया जाता है, उस दे विच आम तौर दे उत्ते व्याख्या नहीं की जाती कि इसका मतलब की होएगा।
ਕਾਨੂੰਨ ਬਣਾ ਦਿੱਤਾ ਜਾਂਦਾ ਹੈ, ਕਨਸਟੀਟਿਊਸ਼ਨ ਪਾਸ ਕਰ ਦਿੱਤਾ ਜਾਂਦਾ ਹੈ, ਉਸ ਦੀ ਵਿਆਖਿਆ ਕਰਨੀ ਸੰਵਿਧਾਨ ਨਿਰਮਾਤਾ ਦਾ ਕੰਮ ਨਹੀਂ, ਸੰਵਿਧਾਨ ਬਣਾਉਣ ਵਾਲਿਆਂ ਦਾ ਕੰਮ ਨਹੀਂ, ਉਹ ਕੰਮ ਅਦਾਲਤਾਂ ਦਾ ਹੈ। ਜਾਂ ਉਹ ਜਿਹੜੇ ਉਹਦੇ ਲੋਕ ਜਿਨ੍ਹਾਂ ਤੇ ਲਾਗੂ ਹੁੰਦਾ ਹੈ ਉਹ ਆਪਣੇ ਮਤਲਬ ਦੀ ਵਿਆਖਿਆ ਕਰਕੇ ਉਸ ਦਾ ਮਤਲਬ ਕੱਢਣ, ਔਰ ਜੇ ਕੋਈ ਉਸ ਦੇ ਤੇ ਦੁਫੇੜ ਪੈਂਦਾ ਹੈ ਜਾਂ ਵਖਰੇਵਾਂ ਹੈ ਤਾਂ ਉਸ ਦਾ ਨਿਰਣਾ ਅਦਾਲਤਾਂ ਕਰਦੀਆਂ ਹਨ। ਪਰ ਭਾਰਤ ਦੇ ਸੰਵਿਧਾਨ ਦੇ ਵਿੱਚ ਬਹੁਤ ਹੀ ਕਮਾਲ ਦੀ ਇੱਕ ਕਲੌਜ਼ ਹੈ, ਉਹ ਇਹ ਹੈ ਕਿ ਜੇਕਰ ਹਰ ਫਿਰਕੇ ਨੂੰ ਆਪਣੇ ਧਰਮ ਦੀ ਪਾਲਣਾ ਕਰਨ ਦਾ ਪੂਰਾ ਅਧਿਕਾਰ ਹੋਏਗਾ, ਹਰ ਫਿਰਕਾ ਆਪਣੇ ਧਰਮ ਦੀ ਪਾਲਣਾ ਕਰ ਸਕਦਾ ਹੈ। ਔਰ ਉਸ ਦੇ ਵਿੱਚ ਇੱਕ ਲਾਈਨ, ਇੱਕ ਐਕਸਪਲੇਨੇਸ਼ਨ ਲਿਖੀ ਹੈ, ਆਮ ਤੌਰ ਦੇ ਉੱਤੇ ਐਕਸਪਲੇਨੇਸ਼ਨ ਨਹੀਂ ਹੁੰਦੀ, ਉਹ ਐਕਸਪਲੇਨੇਸ਼ਨ ਇਹ ਲਿਖੀ ਹੈ, ਕੈਰਿੰਗ ਐਂਡ ਪੋਜੈਸਿੰਗ ਆਫ ਕਿਰਪਾਨਸ ਬਾਈ ਏ ਸਿੱਖ ਇਜ਼ ਹਿਜ਼ ਪ੍ਰੋਫੈਸਿੰਗ ਹਿਜ਼ ਰਿਲੀਜਨ। ਕਿਸੇ ਸਿੱਖ ਵੱਲੋਂ ਕਿਰਪਾਨਾਂ ਰੱਖਣੀਆਂ ਜਾਂ ਲਿਜਾਣੀਆਂ, ਧਾਰਨ ਕਰਨੀਆਂ, ਇਹ ਉਹ ਕੇਵਲ ਆਪਣੇ ਧਰਮ ਦੀ ਪਾਲਣਾ ਕਰ ਰਿਹਾ ਹੁੰਦਾ ਹੈ। ਇਹ ਸੰਵਿਧਾਨ ਦੀ ਧਾਰਾ 25(2)(b), ਜਿਹਦੇ ਵਿੱਚ ਸਿੱਖ ਹੋਂਦ ਨੂੰ ਇੱਥੇ ਤੱਕ ਉਸ ਦੀ ਵਿਆਖਿਆ ਕਰ ਦਿੱਤੀ ਗਈ ਕਿ ਉਹ ਜਦੋਂ ਵੀ ਕਿਰਪਾਨ ਰੱਖਦਾ ਹੈ ਉਹ ਆਪਣੇ ਧਰਮ ਦੀ ਪਾਲਣਾ ਕਰ ਰਿਹਾ ਹੁੰਦਾ ਹੈ। ਇਹ ਪੋਜ਼ਿਟਿਵ ਜੇਕਰ ਐਂਗਲ ਲੈ ਲਿਆ ਜਾਏ, ਪਰ ਫਿਰ ਵੀ ਕਿਉਂਕਿ ਇੱਥੋਂ ਦਾ ਮਾਈਂਡਸੈਟ ਕਈ ਦਫਾ ਜਾਣੇ ਵਿੱਚ ਜਾਂ ਅਣਜਾਣੇ ਵਿੱਚ ਬੜੀ ਜਿਹੜਾ ਕਿ ਆਪਣੇ ਪੱਖ ਦੇ ਵਿੱਚ ਔਰ ਇੱਕ ਸਿਧਾਂਤਕ ਪੱਖ ਦੇ ਵਿੱਚ ਕੰਮ ਕਰਨ ਵਾਲੀ ਹਿੰਦੂ ਜਥੇਬੰਦੀ ਰਾਸ਼ਟਰੀ ਸਵੈਮ ਸੇਵਕ ਸੰਘ, ਉਹਨਾਂ ਦੀ ਆਰਗੇਨਾਈਜੇਸ਼ਨ ਦਾ ਮੋਟੋ ਹੀ ਇਹੀ ਹੈ ਕਿ ਟੂ ਯੂਨਾਈਟ ਐਂਡ ਰੀਜੂਵਨੇਟ ਦ ਭਾਰਤ ਨੇਸ਼ਨ ਔਨ ਦੀ ਸਾਊਂਡ ਫਾਊਂਡੇਸ਼ਨ ਆਫ ਹਿੰਦੂ ਧਰਮਾ। ਬੜੀ ਅੱਛੀ ਗੱਲ ਹੈ, ਹਰ ਕਿਸੇ ਨੂੰ ਜੇਕਰ ਸਿੱਖ ਵੀ ਆਪਣੇ ਧਰਮ ਦੀ ਪਾਲਣਾ ਲਈ ਕੋਈ ਸੰਸਥਾ ਬਣਾਉਂਦੇ ਹੈ, ਪੰਥਕ ਮਸਲਿਆਂ ਲਈ ਬਣਾਉਂਦੇ ਹੈ, ਤਾਂ ਕਾਨੂੰਨ ਉਸ ਦੀ ਇਜਾਜ਼ਤ ਦਿੰਦਾ ਹੈ। ਸੋ RSS ਬਣਾਈ ਗਈ ਕਿ ਹਿੰਦੂ ਧਰਮ ਦੇ ਭਾਰਤ ਨੇਸ਼ਨ ਦੇ ਹਿੰਦੂ ਧਰਮ ਦੀਆਂ ਫਾਊਂਡੇਸ਼ਨ ਦੇ ਮੁਤਾਬਕ ਚਲਾਉਣ ਦਾ ਉਹਨਾਂ ਦਾ ਇੱਕ ਨਿਸ਼ਾਨਾ ਹੈ। ਪਰ ਜਦੋਂ ਫਿਰ ਇਸ ਅਧਿਕਾਰ ਨੂੰ ਥੋੜ੍ਹਾ ਹੋਰ ਇਨਕਰੋਚ ਕਰਦਿਆਂ ਹੋਇਆਂ, ਜਦੋਂ ਉਹਨਾਂ ਨੇ 24 ਨਵੰਬਰ 1986 ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਵਸ ਦੇ ਉੱਤੇ ਇੱਕ ਨਵੀਂ ਸੰਸਥਾ ਬਣਾਈ, ਉਸ ਦਾ ਨਾਮ ਹੀ ਰੱਖਿਆ RSS, ਰਾਸ਼ਟਰੀ ਸਿੱਖ ਸੰਗਤ। ਹੁਣ ਇਹ ਬਿਲਕੁਲ ਸਿੱਧੇ ਤੌਰ ਦੇ ਉੱਤੇ ਬਹੁਤ ਹੀ ਸੰਖੇਪ ਵਿੱਚ ਤੁਹਾਡੇ ਨਾਲ ਗੱਲ ਕਰਾਂਗੇ ਔਰ ਤੁਹਾਡੇ ਵਿਚਾਰ ਲਵਾਂਗੇ। ਇਸ ਵਿੱਚ 3 ਲਫ਼ਜ਼ ਹਨ, ਰਾਸ਼ਟਰੀ, ਸਿੱਖ ਅਤੇ ਸੰਗਤ। ਇਹ 3 ਲਫ਼ਜ਼ਾਂ ਦਾ ਸੁਮੇਲ ਦੇ ਕੇ ਇਹ ਸੰਸਥਾ ਕਾਇਮ ਕੀਤੀ ਗਈ RSS ਦੇ ਵਿਧਾਨ ਦੇ ਅਧੀਨ ਸਿੱਖਾਂ ਨੂੰ ਆਪਣੇ ਨਾਲ ਜੋੜਨ ਲਈ, ਔਰ ਖਾਸ ਕਰਕੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਹੋਰ ਥਾਵਾਂ 'ਤੇ ਜਿਨ੍ਹਾਂ ਥਾਵਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਸੀ, ਉੱਥੇ ਇਹਨਾਂ ਦੀਆਂ ਯੂਨਿਟਾਂ ਨੂੰ ਚੰਗੀ ਤਰ੍ਹਾਂ ਕਾਇਮ ਕੀਤਾ ਗਿਆ। ਔਰ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਇਹਨਾਂ ਨੇ ਆਪਣਾ ਪ੍ਰਚਾਰ ਪ੍ਰਸਾਰ ਜਿਹੜਾ ਹੈ ਉਹ ਜਾਰੀ ਰੱਖਿਆ। ਕਈ ਦਫਾ ਕਈ ਇਤਰਾਜ਼ ਵੀ ਹੋਏ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਸੰਸਥਾ ਦੇ ਵਿੱਚ ਜਿਹੜੀ ਇਹਨਾਂ ਦੀ ਨਿਯਮਾਵਲੀ ਹੈ ਉਹਦੇ ਵਿੱਚ ਕੇਵਲ ਇੱਕ ਅਕਾਲ ਪੁਰਖ ਜਾਂ ਜਿਹੜੀ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਉਹ ਨਿਯਮ ਨਹੀਂ, ਬਲਕਿ ਦੇਵੀ ਦੇਵਤੇ ਅਤੇ ਹੋਰ ਆਸ਼ਨਾ ਉਪਾਸ਼ਨਾ ਦਾ ਸਾਰਾ ਵਿਧਾਨ ਲਿਖਿਆ ਗਿਆ। ਸਿੱਖ ਦੀ ਪਰਿਭਾਸ਼ਾ ਜਿਹੜੀ ਦਿੱਤੀ ਗਈ ਹੈ ਕਿ ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ 10 ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਇਹ ਸਿੱਖ ਰਹਿਤ ਮਰਿਆਦਾ ਦੀ ਪਹਿਲੀ ਧਾਰਾ ਹੈ ਜਿਸ ਦੀ ਰਾਸ਼ਟਰੀ ਸਿੱਖ ਸੰਗਤ ਉਲੰਘਣਾ ਕਰਦੀ ਹੈ। ਗੁਰਮਤ ਦੀ ਰਹਿਣੀ ਵਿੱਚ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਹੈ, ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ ਨਹੀਂ ਕਰਨੀ। ਆਪਣਾ ਮੁਕਤੀ ਦਾ ਦਾਤਾ ਤੇ ਇਸ਼ਟ ਕੇਵਲ 10 ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨਣਾ ਅਤੇ ਖਾਲਸਾ ਸਾਰੇ ਮਤਾਂ ਤੋਂ ਨਿਆਰਾ ਰਹੇ ਪਰ ਕਿਸੇ ਅਨ ਧਰਮੀ ਦਾ ਦਿਲ ਨਾ ਦੁਖਾਏ।
ਇਹ ਜਿਹੜੀ ਸੰਸਥਾ ਹੈ ਇਹ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦੀ। ਸੋ ਫਿਰ ਕੀ ਰਾਸ਼ਟਰੀ ਸਿੱਖ ਸੰਗਤ ਸੰਸਥਾ ਦੇ ਵਿੱਚ ਜਿਹੜਾ ਸਿੱਖ ਲਫ਼ਜ਼ ਹੈ, ਕੀ ਇਹ ਮੰਨਣ ਵਾਲਿਆਂ ਨੂੰ ਇਸ ਮੁਤਾਬਕ ਸਿੱਖ ਮੰਨਿਆ ਜਾ ਸਕਦਾ ਹੈ? ਭਾਰਤ ਦੇ ਪਾਰਲੀਮੈਂਟ ਨੇ ਵੀ ਇੱਕ ਐਕਟ ਪਾਸ ਕੀਤਾ ਹੈ, ਉਹਦੇ ਵਿੱਚ ਹੈ ਸਿੱਖ ਉਹ ਹੈ ਦ ਵਨ ਹੂ ਹੈਜ਼ ਨੋ ਅਦਰ ਰਿਲੀਜਨ। ਸਿੱਖ ਇੱਕ ਦਾ ਹੋ ਸਕਦਾ ਹੈ, ਦੋ ਦਾ ਨਹੀਂ ਹੋ ਸਕਦੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ ਸਖੀ ਸਰਵਰੀਆ ਭਾਈ ਮੰਝ ਆਇਆ ਸੀ ਔਰ ਆ ਕੇ ਚਰਨਾਂ ਤੇ ਡਿੱਗਾ, ਕਹਿਣ ਲੱਗਾ ਸਤਿਗੁਰ ਸੱਚੇ ਪਾਤਸ਼ਾਹ ਮੈਨੂੰ ਵੀ ਸਿੱਖੀ ਦੀ ਦਾਤ ਬਖਸ਼ੋ। ਹਜ਼ੂਰ ਨੇ ਪੁੱਛਿਆ ਤੂੰ ਕੀ ਹੈ? ਕਹਿਣ ਲੱਗਾ ਮੈਂ ਸਰਵਰੀਆ ਹਾਂ। ਦਰਅਸਲ ਪੰਜਾਬ ਦੇ ਵਿੱਚ ਇੱਕ ਫਿਰਕਾ ਸੀ ਜਿਹੜੇ ਸਰਵਰੀਏ ਸਨ। ਹਿੰਦੂ ਤੋਂ ਸਿੱਧਾ ਇਸਲਾਮ ਵਿੱਚ ਜਾਣਾ ਥੋੜ੍ਹਾ ਔਖਾ ਸੀ। ਇਹ ਵਿਚਾਲੇ ਦਾ ਰਸਤਾ ਸੀ, ਜਿਹੜੇ ਕਬਰਾਂ ਵੀ ਪੂਜ ਲੈਂਦੇ ਸੀ, ਮੜੀਆਂ ਵੀ ਪੂਜ ਲੈਂਦੇ ਸੀ, ਮੱਠਾਂ ਤੇ ਵੀ ਚਲੇ ਜਾਂਦੇ ਸੀ, ਉਹਨਾਂ ਦੇ ਸ਼ੀਰਨੀ ਔਰ ਰੋਟ ਵੀ ਲੈ ਲੈਂਦੇ। ਇਹ ਮਿਲਗੋਬਾ ਜਿਹਾ ਸੀ। ਸੋ ਉਹ ਕਹਿਣ ਲੱਗਾ ਜੀ ਮੈਂ ਸਰਵਰੀਆ ਹਾਂ। ਤਾਂ ਹਜ਼ੂਰ ਨੇ ਕਿਹਾ ਬਹੁਤ ਕਮਾਲ ਦੀ ਗੱਲ ਜਿਹੜੀ ਕਹੀ ਕਿ ਭਾਈ ਮੰਝ ਸਿੱਖੀ ਤੇ ਸਿੱਖੀ ਨਹੀਂ ਟਿਕਦੀ। ਸਿੱਖ ਇੱਕ ਦਾ ਹੋ ਸਕਦਾ ਹੈ, ਦੋ ਦਾ ਨਹੀਂ ਹੋ ਸਕਦਾ। ਜੇ ਕੋਈ ਇਮਾਰਤ ਬਣਾਉਣੀ ਹੋਏ ਤਾਂ ਪਹਿਲੀ ਜ਼ਮੀਨ ਪੱਧਰੀ ਕਰਨੀ ਪੈਂਦੀ ਹੈ। ਇਮਾਰਤ ਦੇ ਉੱਤੇ ਇਮਾਰਤ ਨਹੀਂ ਬਣਦੀ, ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕੇਗੀ। ਉਸਨੇ ਇਸ਼ਾਰਾ ਸਮਝ ਲਿਆ ਔਰ ਜਾ ਕੇ ਉਸਨੇ ਉਹ ਜਿਹੜਾ ਸਥਾਨ ਸੀ ਢਾਹ ਢੇਰੀ ਕੀਤਾ। ਫਿਰ ਆਇਆ ਗੁਰੂ ਸਾਹਿਬ ਕੋਲ, ਹੁਣ ਮੈਂ ਸਰਵਰੀਆ ਨਹੀਂ ਰਿਹਾ, ਹੁਣ ਮੈਨੂੰ ਸਿੱਖੀ ਦੀ ਦਾਤ ਬਖਸ਼ੋ। ਖੈਰ ਉਸ ਤੋਂ ਬਾਅਦ ਉਹਦੇ ਇੰਨੇ ਕਰੜੇ ਇਮਤਿਹਾਨ ਗੁਰੂ ਸਾਹਿਬ ਨੇ ਲਏ ਕਿ ਉਸ ਦੀ ਚੌਧਰ ਵੀ ਜਾਂਦੀ ਰਹੀ, ਸਾਰਾ ਕੁਛ ਉਹਦਾ ਬਰਬਾਦ ਹੋ ਗਿਆ। ਅਖੀਰ ਜਦੋਂ ਖੂਹ 'ਚ ਡਿੱਗਾ, ਗੁਰੂ ਸਾਹਿਬ ਨੇ ਉਸ ਨੂੰ ਕੱਢਿਆ ਔਰ ਉਸ ਨੂੰ ਕਿਹਾ ਕਿ ਭਾਈ ਮੰਝ ਤੂੰ ਮੰਗ ਕੀ ਮੰਗਦਾ ਹੈ? ਉਸਨੇ ਇੱਕੋ ਬੇਨਤੀ ਕੀਤੀ, ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਤਾਂ ਇੰਨੇ ਕਰੜੇ ਇਮਤਿਹਾਨਾਂ 'ਚ ਪਾਇਆ, ਅੱਗੇ ਤੋਂ ਕਿਸੇ ਹੋਰ ਨੂੰ ਇੰਨੇ ਕਰੜੇ ਇਮਤਿਹਾਨਾਂ 'ਚ ਨਾ ਪਾਣਾ, ਬਸ ਇਹੀ ਮੇਰੀ ਬੇਨਤੀ ਹੈ। ਹਜ਼ੂਰ ਨੇ ਕਿਹਾ ਸੀ ਮੰਝ ਪਿਆਰਾ ਗੁਰੂ ਦਾ ਗੁਰ ਮੰਝ ਪਿਆਰਾ ਆਹੇ, ਮੰਝ ਗੁਰੂ ਦਾ ਬੋਇਥਾ ਜਗ ਲੰਘਣ ਹਾਰਾ। ਇਹ ਇੱਕ ਅਸੂਲ ਦਿੱਤਾ। ਹੁਣ ਰਾਸ਼ਟਰੀ ਸਿੱਖ ਸੰਗਤ ਦੀ ਇਹ ਜਿਹੜੀ ਸਿੱਖ ਦੀ ਪਰਿਭਾਸ਼ਾ ਦੇ ਵਿੱਚ ਇਹ ਨਹੀਂ ਆਉਂਦੇ। ਦੂਸਰੀ ਗੱਲ ਹੈ ਇਸ ਦੇ ਵਿੱਚ ਰਾਸ਼ਟਰੀ, ਦੂਜਾ ਮੁੱਖ ਲਫ਼ਜ਼ ਹੈ ਰਾਸ਼ਟਰੀ। ਅਸਲ ਵਿੱਚ ਇਹ ਬੜਾ ਹੀ ਭੁਲੇਖਾ ਪਾਊ ਸ਼ਬਦ ਹੈ। ਰਾਸ਼ਟਰ ਪਰਾਏਵਾਚੀ ਸ਼ਬਦ ਹੈ ਕੌਮ ਦਾ। ਜੇਕਰ ਸਿੱਖ ਖੁਦ ਹੀ ਕੌਮ ਹੈ ਤਾਂ ਫਿਰ ਰਾਸ਼ਟਰੀ ਸਿੱਖ ਜਾਂ ਕੌਮੀ ਸਿੱਖ ਕਹਿਣਾ ਇਹ ਅਰਥਹੀਣ ਹੈ। ਸਿੱਖ ਹੈ, ਹੁਣ ਉਹਨੂੰ ਰਾਸ਼ਟਰੀ ਸਿੱਖ ਕਹਿਣਾ, ਸਿੱਖ ਤਾਂ ਹੈ ਹੀ ਰਾਸ਼ਟਰ, ਇਹਨੂੰ ਫਿਰ ਰਾਸ਼ਟਰੀ ਸਿੱਖ ਕਹਿਣਾ, ਇਹ ਇੱਕ ਦੁਬਿਧਾ ਵਾਲੀ ਹਾਲਤ ਹੈ। ਦੂਸਰੀ ਗੱਲ, ਸਿੱਖ ਕਿਸੇ ਇੱਕ ਰਾਸ਼ਟਰ ਦਾ, ਇੱਕ ਇਲਾਕੇ ਦਾ ਨਹੀਂ ਹੈ, ਕਿਸੇ ਇੱਕ ਪਰਟੀਕੂਲਰ ਦਾ ਨਹੀਂ ਹੈ। ਸਿੱਖ ਤਾਂ ਗੁਰੂ ਦਾ ਵੀ ਨਾ ਹੋ ਕੇ ਵਾਹਿਗੁਰੂ ਜੀ ਕਾ ਖਾਲਸਾ ਬਣ ਜਾਂਦਾ ਹੈ। ਗੁਰੂ ਵੀ ਖਾਲਸੇ ਵਿੱਚ ਜਜ਼ਬ ਹੋ ਕੇ ਦੋਨੋਂ ਮਿਲ ਕੇ ਇਸ ਨੂੰ ਵਾਹਿਗੁਰੂ ਜੀ ਕਾ ਖਾਲਸਾ ਬਣ ਜਾਂਦੇ। ਇਹ ਹਮਸਫਰ ਹੋ ਜਾਂਦਾ ਹੈ। ਗੁਰੂ ਵੀ ਖਾਲਸੇ ਦਾ ਹਮਸਫਰ ਹੋ ਕੇ ਤੁਰਦਾ ਹੈ। ਸਿੱਖ ਵਾਹਿਗੁਰੂ ਦਾ ਹੈ, ਕਿਸੇ ਖਾਸ ਧੜੇ, ਫਿਰਕੇ, ਸਾਧ, ਸੰਤ, ਪਾਰਟੀ, ਡੇਰੇ, ਰਾਸ਼ਟਰ ਦਾ ਨਹੀਂ। ਇਹ ਤਾਂ ਵਾਹਿਗੁਰੂ ਜੀ ਕਾ ਖਾਲਸਾ ਹੈ। ਸੋ ਦੂਸਰਾ ਲਫ਼ਜ਼ ਜਿਹੜਾ ਰਾਸ਼ਟਰੀ ਸਿੱਖ ਸੰਗਤ ਦਾ, ਨਾ ਤਾਂ ਇਹ ਸਿੱਖ ਦੀ ਪਰਿਭਾਸ਼ਾ ਦੇ ਉੱਤੇ ਪੂਰੇ ਉਤਰ ਸਕਦੇ ਹਨ, ਨਾ ਰਾਸ਼ਟਰ ਦੀ ਪਰਿਭਾਸ਼ਾ ਦੇ। ਸਿੱਖ ਤਾਂ ਬਲਕਿ ਅੰਤਰਰਾਸ਼ਟਰੀ ਹੈ, ਜ਼ਿਮੀ-ਓ ਜ਼ਮਾਨ ਕੇ ਵਿਖੇ ਵਾਲੀ ਗੱਲ ਹੈ। ਹਰ ਸਾਰੇ ਸੰਸਾਰ ਦੇ ਵਿੱਚ ਇਹਨਾਂ ਦਾ ਫੈਲਾਵ ਹੈ। ਕਿਸੇ ਦੇਸ਼ ਦੇ ਸਿੱਖ ਨਹੀਂ ਹੋ ਸਕਦੇ। ਸਿੱਖ ਤਾਂ ਕੇਵਲ ਇੱਕ ਹੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੀ ਮੰਗ ਕਰਦਾ ਹੈ। ਸਾਰੇ ਸੰਸਾਰ ਦੇ ਸਿੱਖ ਇੱਕ ਝੰਡੇ ਥੱਲੇ ਹਨ। ਤੀਸਰਾ ਲਫ਼ਜ਼ ਹੈ ਸੰਗਤ। ਉਸ ਦੇ ਉੱਤੇ ਤੁਹਾਡੇ ਨਾਲ ਵਿਚਾਰ ਕਰਾਂਗੇ ਔਰ ਉਹਦੇ ਬਾਅਦ ਤੁਹਾਡੇ ਵਿਚਾਰ ਵੀ ਅਸੀਂ ਬੇਨਤੀ ਕਰਾਂਗੇ, ਪਰ ਇੱਕ ਛੋਟੇ ਜਿਹੇ ਵਕਫੇ ਦੇ ਬਾਅਦ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬੰਦੇ ਦਾ ਸਵਾਗਤ ਹੈ। ਅਸੀਂ RSS ਰਾਸ਼ਟਰੀ ਸਵੈਮ ਸੇਵਕ ਸੰਘ ਦੀ ਇੱਕ ਸਬਸਿਡਰੀ, ਉਹਨਾਂ ਦੀ ਇੱਕ ਸ਼ਾਖਾ ਰਾਸ਼ਟਰੀ ਸਿੱਖ ਸੰਗਤ, ਜਿਸ ਦਾ ਵੀ RSS ਹੀ ਐਬਰੀਵੀਏਸ਼ਨ ਹੈ, ਉਹਦੇ ਬਾਰੇ ਗੱਲ ਕਰ ਰਹੇ ਹਾਂ। ਸੋ ਤੁਸੀਂ ਵੇਖਿਆ ਹੈ ਕਿ ਕਿਵੇਂ
ਸਿੱਖ ਪੰਥ ਦੀ ਪ੍ਰਵਾਨਤ, ਗੁਰੂ ਸਾਹਿਬ ਗੁਰਬਾਣੀ ਵੱਲੋਂ ਪ੍ਰਵਾਨਤ ਸਿੱਖ ਦੀ ਪਰਿਭਾਸ਼ਾ ਦੇ ਥੱਲੇ ਉਹ ਨਹੀਂ ਆ ਸਕਦੇ। ਰਾਸ਼ਟਰੀ ਵੀ ਜਿਹੜਾ ਹੈ ਮਿਸਨੋਮਰ ਹੈ, ਉਹਦੇ ਥੱਲੇ ਵੀ ਨਹੀਂ। ਤੀਸਰਾ ਲਫ਼ਜ਼ ਹੈ ਸੰਗਤ। ਸੰਗਤ ਦਾ ਅਰਥ ਹਰ ਭੀੜ ਦਾ ਨਾਮ ਸੰਗਤ ਨਹੀਂ ਹੈ। ਭੀੜ ਬਹੁਤ ਜਗ੍ਹਾ, ਬਾਜ਼ਾਰਾਂ ਵਿੱਚ ਬਹੁਤ ਭੀੜ ਹੈ, ਸਿਨੇਮਿਆਂ ਦੇ ਬਾਹਰ ਬਹੁਤ ਭੀੜ ਹੈ, ਹੋਰ ਕਾਫੀ ਜਗ੍ਹਾ ਹਜੂਮ ਹਨ। ਭਾਈ ਸਾਹਿਬ ਭਾਈ ਨੰਦ ਲਾਲ ਜੀ ਬਹੁਤ ਸੁੰਦਰ ਬਿਆਨ ਕਰਦੇ ਹਨ ਕਿ ਹਰ ਉਹ ਭੀੜ ਖੁਸ਼ਨੁਮਾ ਨਹੀਂ ਹੈ, ਹਰ ਭੀੜ ਚੰਗੀ ਨਹੀਂ ਹੈ, ਉਸ ਨੂੰ ਅੱਛੀ ਨਹੀਂ ਕਿਹਾ ਜਾ ਸਕਦਾ। ਆ ਹਜੂਮੇ ਖੁਸ਼ ਕਿ ਬਹਿਰੇ ਯਾਦ ਉਹ ਸਤ, ਉਹ ਭੀੜ ਚੰਗੀ ਹੈ ਜਿੱਥੇ ਰੱਬ ਦੇ ਨਾਮ ਦੀ ਗੱਲ ਹੋਏ। ਆ ਹਜੂਮੇ ਖੁਸ਼ ਕਿ ਹੱਕ ਬੁਨਿਆਦ ਉਹ ਸਤ, ਜਿੱਥੇ ਹੱਕ ਦੀ, ਰੱਬ ਦੀ ਸੱਚਾਈ ਦੀ ਗੱਲ ਹੋਏ। ਆ ਹਜੂਮੇ ਬਦ ਕੇ ਸ਼ੈਤਾਨੀ ਬਵਦ, ਆਕਬਤ ਅਜ਼ ਵੈ ਪਸ਼ੇਮਾਨੀ ਬਵਦ, ਜਿੱਥੇ ਸ਼ੈਤਾਨੀਅਤ ਦੀਆਂ ਗੱਲਾਂ ਹੋਣ, ਜਿੱਥੇ ਇਲਤਾਂ ਹੋਣ, ਉਸ ਨੂੰ, ਭੀੜ ਨੂੰ ਸੰਗਤ ਨਹੀਂ ਕਿਹਾ ਜਾ ਸਕਦਾ। ਗੁਰਬਾਣੀ ਨੇ ਵੀ ਬਹੁਤ ਸਪਸ਼ਟ ਲਫ਼ਜ਼ਾਂ ਦੇ ਵਿੱਚ ਫਰਮਾਨ ਕੀਤਾ ਹੈ, ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀਏ। ਹਰ ਉਹ ਇਕੱਠ ਜਿਹਦੇ ਵਿੱਚ ਕੇਵਲ ਔਰ ਕੇਵਲ ਔਰ ਕੇਵਲ ਇੱਕ ਅਕਾਲ ਪੁਰਖ ਦੀ ਗੱਲ ਕਰਕੇ ਉਸ ਦੇ ਬਾਰੇ ਅਗਰ ਕੋਈ ਗੱਲ ਕਰੇ ਤਾਂ ਉਹ ਸੰਗਤ ਹੈ। ਬਲਕਿ ਕਿਸੇ ਧੜੇ ਦੀ, ਕਿਸੇ ਰਾਜਨੀਤਿਕ ਪਾਰਟੀ ਦੀ, ਕਿਸੇ ਗਰੁੱਪ ਦੀ ਇਕੱਤਰਤਾ ਨੂੰ ਇਕੱਠਾ ਕਰਕੇ ਉਸ ਨੂੰ ਸੰਗਤ ਨਹੀਂ ਕਿਹਾ ਜਾ ਸਕਦਾ। ਇਸ ਸੰਗਤ ਦਾ ਜਿਹੜਾ ਮਿਸਯੂਜ਼ ਹੋ ਰਿਹਾ ਹੈ। ਤੀਸਰੀ ਔਰ ਅਹਿਮ ਗੱਲ ਬਹੁਤ ਹੀ ਮਹੱਤਵਪੂਰਨ ਹੈ ਕਿ ਰਾਸ਼ਟਰੀ ਸਿੱਖ ਸੰਗਤ ਜਾਂ RSS ਕੇਵਲ ਉਹਨਾਂ ਧਰਮਾਂ ਦੀ ਏਕਤਾ ਦੀ ਗੱਲ ਕਰਦਾ ਹੈ ਜਿਨ੍ਹਾਂ ਦਾ ਜਨਮ ਹਿੰਦੁਸਤਾਨ ਵਿੱਚ ਹੋਇਆ। ਯਾਨੀ ਉਹ ਜੈਨ ਮਤ, ਬੁੱਧ ਮਤ, ਸਿੱਖ ਮਤ ਦੀ ਗੱਲ ਤਾਂ ਕਰਦੇ ਹਨ, ਪਰ ਈਸਾਈਅਤ ਔਰ ਇਸਲਾਮ ਨੂੰ ਇਹਦੇ ਵਿੱਚੋਂ ਬਰੀ ਕਰ ਦਿੰਦੇ ਹਨ, ਉਹਨਾਂ ਦੀ ਗੱਲ ਨਹੀਂ ਕਰਦੇ। ਪਰ ਗੁਰਮਤ ਦੇ ਸਿਧਾਂਤ ਦੇ ਮੁਤਾਬਕ ਇਹ ਪ੍ਰਵਾਨ ਨਹੀਂ। ਉਹ ਤਾਂ ਮਾਨਸ ਕੀ ਜਾਤ ਸਭੈ ਏਕੇ ਹੀ ਪਹਿਚਾਨਬੋ ਹੈ। ਗੁਰਮਤ ਦੇ ਸਿਧਾਂਤ ਦੇ ਮੁਤਾਬਕ ਮਨੁੱਖ ਮਾਤਰ ਭਾਵੇਂ ਕਿਸੇ ਵੀ ਇਲਾਕੇ ਦਾ, ਕਿਸੇ ਵੀ ਜ਼ਾਤ ਦਾ, ਕਿਧਰੇ ਦਾ ਵੀ ਹੈ, ਉਹ ਉਸ ਦੇ ਨਾਲ ਭਰਾਤਰੀ ਭਾਵ ਦੀ ਗੱਲ ਕੀਤੀ ਗਈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਇਹੀ ਗੱਲ ਕਹੀ, ਜਾਂ ਤੇ ਛੂਟ ਗਿਓ ਭ੍ਰਮ ਉਰਕਾ, ਤਿਸ ਆਗੇ ਹਿੰਦੂ ਕਿਆ ਤੁਰਕਾ। ਜਿਹਦੇ ਹਿਰਦੇ 'ਚੋਂ ਦਵੈਤ ਨਿਕਲ ਗਿਆ ਉਸ ਦੇ ਅੱਗੇ ਕੋਈ ਵੈਰ ਵਿਰੋਧ ਨਹੀਂ, ਕੋਈ ਧਰਮ ਨਹੀਂ। ਹਰ ਇਨਸਾਨੀਅਤ ਦੇ ਕਿਸੇ ਵੀ ਫਿਰਕੇ ਦੇ ਉੱਤੇ ਕੋਈ ਜ਼ੁਲਮ ਹੋਏ, ਸਿੱਖ ਉਸ ਦੇ ਲਈ ਖੜਾ ਹੁੰਦਾ ਹੈ। ਬਾਬਰ ਦੇ ਹਮਲੇ ਵੇਲੇ ਜੋ ਜ਼ੁਲਮ ਹੋਇਆ, ਉਸ ਵੇਲੇ ਜਿਨ੍ਹਾਂ ਦੇ ਉੱਤੇ ਜ਼ੁਲਮ ਹੋਇਆ ਮਜ਼ਲੂਮ ਸਨ, ਉਹ ਮੁਸਲਮਾਨ ਔਰਤਾਂ ਸਨ। ਹਜ਼ੂਰ ਨੇ ਕਿਹਾ, ਮੁਸਲਮਾਨੀਆਂ ਪੜ੍ਹੇ ਕਤੇਬਾਂ, ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ। ਬਾਬਰ ਨੂੰ ਜ਼ਾਲਮ ਕਹਿ ਕੇ ਰਾਜੇ ਸ਼ੀਹ ਮੁਕੱਦਮ ਤੱਕ ਕਹਿ ਦਿੱਤਾ। ਪਰ ਫਿਰ ਦੁਬਾਰਾ ਹਾਲਾਤ ਬਦਲੇ। ਜਦੋਂ ਕਸ਼ਮੀਰ ਦੇ ਵਿੱਚ ਜੰਜੂ ਜਦੋਂ ਉਤਰਨੇ ਸ਼ੁਰੂ ਹੋਏ ਤਾਂ ਉਸ ਵੇਲੇ ਗੁਰੂ ਸਾਹਿਬ ਨੇ ਆਪਣੇ ਸੀਸ ਦੀ ਕੁਰਬਾਨੀ ਦੇ ਦਿੱਤੀ। ਸੋ ਜਿਹੜੀ ਸਿੱਖ ਮਤ ਦੀ ਸੰਗਤ ਉਹ ਹੋ ਸਕਦੀ ਹੈ ਜਿਹੜੀ ਕੇਵਲ ਇੱਕ ਅਕਾਲ ਪੁਰਖ ਦੇ ਉਸ ਦੇ ਵਿੱਚ ਹੋਏ। ਇਸ ਦੇ ਵਿੱਚ ਏਕਤਾ, ਸਾਰੇ ਧਰਮਾਂ ਦੀ ਏਕਤਾ ਦੀ ਗੱਲ ਕਰਦੀ ਹੈ। ਇਸ ਦੇ ਵਿੱਚ ਰਾਸ਼ਟਰ ਉਹ ਹੈ ਜਿਹੜਾ ਅਕਾਲ ਪੁਰਖ ਦਾ ਹਲੀਮੀ ਰਾਜ ਹੋਏ, ਨਾ ਕਿ ਕਿਸੇ ਇਲਾਕੇ, ਕਿਸੇ ਦੇਸ਼ ਵਿਦੇਸ਼, ਕਿਸੇ ਵਿਸ਼ੇਸ਼ ਦੇਸ਼ ਦੇ ਵਿੱਚ ਵਸਣ ਵਾਲਿਆਂ ਦੀ ਏਕਤਾ ਦੀ ਗੱਲ ਨਹੀਂ ਕਰਦੀ। ਸੋ ਇਹ ਰਾਸ਼ਟਰੀ ਸਿੱਖ ਸੰਗਤ ਦਾ ਬੁਨਿਆਦੀ ਤੌਰ ਦੇ ਉੱਤੇ ਵਿਰੋਧ ਹੈ ਗੁਰਮਤ ਦੇ ਔਰ ਗੁਰਮਤ ਸਿਧਾਂਤਾਂ ਦੇ ਨਾਲ। ਇਸੇ ਲਈ ਅਕਾਲ ਤਖਤ ਸਾਹਿਬ ਵੱਲੋਂ ਇਹਨਾਂ ਦੇ ਬਾਰੇ 3 ਹੁਕਮਨਾਮੇ ਜਾਰੀ ਕੀਤੇ ਕਿ ਇਹ ਪੰਥ ਵਿਰੋਧੀ ਸੰਸਥਾ ਹੈ, ਇਹਨਾਂ ਦੇ ਕੋਲੋਂ ਖਬਰਦਾਰ ਰਹਿਣ ਦੀ ਲੋੜ ਹੈ। ਤੁਹਾਡੇ ਵਿਚਾਰਾਂ ਦੀ ਬੇਨਤੀ ਹੈ। ਹੈਲੋ ਹੈਲੋ ਹੈਲੋ, ਤੁਸੀਂ ਲਾਈਨ 'ਤੇ ਹੋ? ਜਿਹੜੇ ਦਰਸ਼ਕ ਫੋਨ ਕਰਦੇ ਹੈ, ਕਿਰਪਾ ਕਰਕੇ ਆਪਣੇ ਟੀਵੀ ਦੀ ਆਵਾਜ਼ ਬੰਦ ਕਰ ਦਿਆ ਕਰੋ ਤਾਂ ਕਿ ਅਸੀਂ ਤੁਹਾਨੂੰ ਤੁਹਾਡੀ ਗੱਲ ਨੂੰ ਸੁਣ ਸਕੀਏ, ਤੁਹਾਡੇ ਵਿਚਾਰ ਸਾਡੇ ਤੱਕ ਆ ਸਕਣ। ਹੈਲੋ ਹੈਲੋ
ਹੈਲੋ, ਹਾਂਜੀ ਕੌਣ ਬੋਲ ਰਹੇ ਜੀ? ਸਤਿ ਸ਼੍ਰੀ ਅਕਾਲ ਜੀ। ਪ੍ਰਗਟ ਸਿੰਘ ਬੱਲ ਬੋਲਦਾ ਜੀ ਜੀ ਬਲ ਸਾਹਿਬ ਜੀ ਆਇਆਂ ਨੂੰ। ਹਾਂਜੀ ਹੁਕਮ ਕਰੋ ਪ੍ਰਗਟ ਸਿੰਘ ਜੀ। ਮਹਾਰਾਜ ਹੁਕਮ ਕੀ ਕਰਨਾ ਵਾ, ਜਿੰਨਾ ਵਿਸਤਾਰ ਨਾਲ ਤੁਸੀਂ ਦੱਸ ਦਿੰਦੇ ਜੇ, ਜਿੰਨਾ ਤੁਸੀਂ ਕੌਮ ਨੂੰ ਚਾਨਣਾ ਪਾ ਰਹੇ ਜੇ, ਮੇਰਾ ਖਿਆਲ ਮੈਨੂੰ ਵੀ ਆਪਣੀ ਲਾਈਫ 'ਚ ਪਹਿਲੀ ਵਾਰ ਹੀ ਸੁਣਨ ਦਾ ਮੌਕਾ ਮਿਲਿਆ ਵੀ ਆ ਜਿਹੜਾ ਦੱਸ ਰਹੇ ਜੇ ਜੀ ਜੀ ਸਿੱਖਾਂ ਦੀ ਵੀ RSS ਬਣੀ ਹੋਈ ਆ। ਜੀ 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 ਤੇ ਬੜੀ ਵਧੀਆ ਗੱਲ ਹੈ, ਲੋਕਾਂ ਨੂੰ ਜਾਗਰੂਕ ਕਰਨ ਦੇ ਗੈਟ ਪੰਜਾਬੀ ਪ੍ਰੋਗਰਾਮ ਰਾਹੀਂ। ਜੀ 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 ਕੀ ਕਹੀਏ ਜੀ, ਹੁਣੇ ਮੁਕਤਸਰ ਦੀ ਧਰਤੀ ਤੇ ਗੁਰੂ ਮਹਾਰਾਜ 40 ਮੁਕਤਿਆਂ ਦਾ ਹੋ ਕੇ ਹਟਿਆ ਜੀ। ਜੀ ਜੀ ਤੇ ਉੱਥੇ ਜਾਈਏ ਤੇ ਇੱਕ ਮੁਸਲਮਾਨ ਨੇ ਗੁਰੂ ਮਹਾਰਾਜਾਂ ਨਾਲ ਧੋਖਾ ਕੀਤਾ ਸੀ। ਤੇ ਅੱਜ ਵੀ ਉੱਥੇ ਉਹਦੀ ਕਬਰ ਨੂੰ ਛਿੱਤਰ ਮਾਰ ਕੇ ਸਿੱਖ ਜਾਂਦੇ ਆ। ਜੀ ਜੀ ਉਹਦਾ ਮਕਸਦ ਕੋਈ ਇੰਨਾ ਵੱਡਾ ਨਹੀਂ, ਉਹ ਇਹੋ ਹੀ ਵੀ ਦੁਨੀਆ ਯਾਦ ਰੱਖੇ ਵੀ ਇਸ ਬੰਦੇ ਨੇ ਧੋਖਾ ਕੀਤਾ। ਠੀਕ ਹੈ ਠੀਕ ਹੈ। ਆਉਣ ਵਾਲੀ ਜਨਰੇਸ਼ਨ ਨੂੰ, ਬੱਚਿਆਂ ਨੂੰ ਯਾਦ ਰਹੂਗਾ ਵੀ ਇਹ ਵਾਕਈ ਕੌਮ ਦੇ ਇਹਨਾਂ ਨੇ ਧੋਖਾ ਕੀਤਾ ਤੇ ਇਹਨੂੰ ਬੁਰਾਈ ਨੂੰ ਅੱਗੇ ਲਿਜਾਇਆ ਜਾਏ। ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਬਲ ਸਾਹਿਬ। ਬੇਨਤੀ ਹੈ ਜਿਹੜੀ ਸਿੱਖ ਦੀ ਅਰਦਾਸ ਵਿੱਚ ਅਸੀਂ ਜਿਹੜਾ ਇਤਿਹਾਸ ਦਾ ਬੜੇ ਸੰਖੇਪ ਰੂਪ ਵਿੱਚ ਦਿੰਦੇ ਹਾਂ, ਮਕਸਦ ਹੀ ਇਹੀ ਹੈ ਕਿ ਸਾਨੂੰ ਪਤਾ ਤੇ ਹੋਣਾ ਚਾਹੀਦਾ ਨਾ ਕਿ ਕੀ ਹੈ। ਜੇ ਪਤਾ ਹੀ ਨਾ ਹੋਏ ਤੇ ਅਸੀਂ ਫਿਰ ਅੱਗੇ ਬੰਨ ਨੂੰ ਕੀ ਬੰਨਾਂਗੇ ਤੇ ਅੱਗੇ ਕਾਰਵਾਈ ਕੀ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ। ਇਸੇ ਤਰ੍ਹਾਂ ਹੀ ਤੁਸੀਂ ਵੇਖੋ ਵੀ ਸਾਡੀ ਤੁਹਾਡੀ ਆਵਾਜ਼ ਕੱਟ ਗਈ ਹੈ। ਹੈਲੋ ਹੈਲੋ ਹਾਂਜੀ ਕੌਣ ਬੋਲ ਰਹੇ ਜੀ? ਮੈਂ ਖਾਲਸਾ ਵਾਹਿਗੁਰੂ ਜੀ ਰਾਮਾ ਸਾਹਿਬ। ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਭਾਈ ਸਾਹਿਬ ਜੀ? ਮੈਂ ਸੁਰਿੰਦਰ ਸਿੰਘ ਬੋਲਦਾ ਟ੍ਰੇਸੀ ਤੋਂ, ਕੈਲੀਫੋਰਨੀਆ ਤੋਂ ਜੀ। ਹਾਂਜੀ ਹਾਂਜੀ ਸੁਰਿੰਦਰ ਸਿੰਘ ਜੀ, ਜੀ ਆਇਆਂ ਨੂੰ। ਹੁਕਮ ਕਰੋ, ਕੀ ਕਹਿਣਾ ਚਾਹੁੰਦੇ ਹੋ? ਹੁਕਮ ਇਹ ਹੈ ਜੀ, ਜਿਹੜਾ ਸਿੱਖ ਆ ਉਹ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਵਕੀਲ ਹੋਣਾ ਚਾਹੀਦਾ ਹੈ। ਬਿਲਕੁਲ ਬਿਲਕੁਲ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰੇ ਦੇਖੋ ਕਿੱਥੋਂ ਕਿੱਥੋਂ ਭਗਤ ਮਹਾਰਾਜ ਨੇ ਲਿਆਂਦੇ। ਜੀ 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 ਜੀ। ਇਸ ਗੱਲ ਨੂੰ ਅਸੀਂ ਨਹੀਂ ਵੀ ਮੰਨਦੇ, ਉਹ ਗੱਲਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਵਾਨ ਕੀਤੀਆਂ ਉਹਨਾਂ ਭਗਤਾਂ ਦੀਆਂ। ਬਿਲਕੁਲ ਕੀਤੀਆਂ। ਕੋਈ ਦੇਖੋ ਜਿਹੜੇ ਹਵਾਲੇ ਦਿੱਤੇ ਗੁਰੂ ਸਾਹਿਬ ਨੇ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪੋ ਹਰ ਜੈਸੇ। ਹੁਣ ਧਰੂ ਪ੍ਰਹਿਲਾਦ ਤੇ ਪ੍ਰੀ ਪੌਰਾਣਿਕ ਹੈਗੇ, ਉਹ ਪਤਾ ਹੀ ਨਹੀਂ ਪ੍ਰੀ ਹਿਸਟੋਰਿਕ ਹੈਗੇ ਹੈ, ਪਰ ਗੁਰੂ ਸਾਹਿਬ ਨੇ ਸਭ ਨੂੰ ਪ੍ਰਵਾਨ ਕੀਤਾ। ਜਿੱਥ ਦੁਆਰੇ ਉਭਰੇ ਤੇਤੇ ਲਿਓ ਬਾਰ। ਜਿਹੜਾ ਖਾਲਸਾ ਬੇਕੀਨਾ ਦਾ ਅਰਥ ਹੁੰਦਾ ਜਿਹਦੇ 'ਚ ਕਿਸੇ ਪ੍ਰਤੀ ਵਿਰੋਧ ਨਾ ਹੋਏ, ਉਹ ਖਾਲਸਾ ਹੋ ਸਕਦਾ। ਜਿਹਦੇ ਅੰਦਰ ਰੱਜਕ ਮਾਤਰ ਵੀ ਕਿਸੇ ਦੇ ਪ੍ਰਤੀ ਵਿਰੋਧ ਹੈ, ਉਹ ਸਿੱਖ ਨਹੀਂ ਹੋ ਸਕਦਾ। ਜੀ ਬਿਲਕੁਲ ਜੀ ਜੀ ਬਹੁਤ ਬਹੁਤ ਧੰਨਵਾਦ। ਬਾਬਾ ਫਰੀਦ ਜੀ ਦੀ ਬਾਣੀ, ਬਾਬਾ ਕਬੀਰ ਜੀ ਦੀ ਬਾਣੀ। ਬਾਕੀ ਹੁਣ ਮੁਸਲਮਾਨਾਂ ਦੀ ਗੱਲ ਕਰਦੇ, ਸਾਰੀਆਂ ਕੌਮਾਂ ਦੇ ਬੰਦੇ ਮਾੜੇ ਹੁੰਦੇ, ਕੌਮਾਂ ਨਹੀਂ ਮਾੜੀਆਂ ਹੁੰਦੀਆਂ। ਲੰਬਾ ਸਾਹਿਬ ਠੀਕ ਹੈ ਜੀ, ਠੀਕ ਹੈ ਭਾਈ ਸਾਹਿਬ, ਬਹੁਤ ਬਹੁਤ ਧੰਨਵਾਦ। ਮੁਸਲਮਾਨ ਜਿੰਨੀ ਗੁਰੂ ਗੋਬਿੰਦ ਸਿੰਘ ਜੀ ਦੀ ਮੁਸਲਮਾਨਾਂ ਬੰਦਿਆਂ ਨੇ ਮਦਦ ਕੀਤੀ ਹੈ ਨਾ, ਉਨੀ ਹੋਰ ਕਿਸੇ ਨੇ ਕੀਤੀ ਨਹੀਂ। ਨਹੀਂ ਸਾਰਿਆਂ ਨੇ ਕੀਤੀ ਹੈ ਜੀ, ਐਸੀ ਗੱਲ ਕੋਈ ਨਹੀਂ। ਤੇ ਬਹੁਤ ਧੰਨਵਾਦ ਤੁਹਾਡਾ। ਹੈਲੋ ਹਾਂਜੀ, ਪਿਆਰ ਸਿੰਘ ਬੋਲਦਾ ਜੀ। ਹਾਂਜੀ 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 ਜੀ ਆਇਆਂ ਨੂੰ। ਹੁਕਮ ਕਰੋ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕੀ ਆਪ ਜੀ ਨੇ ਇਹ ਖਾਲਸਾ ਜੀ ਦੇ ਬਾਰੇ ਜੀ ਮੈਂ ਬੋਲਣਾ ਚਾਹੁੰਦਾ। ਹਾਂਜੀ। ਦਸਮ ਪਾਤਸ਼ਾਹ ਜੀ ਨੇ ਵਿਸਾਖੀ 1699 ਨੂੰ ਸਿੱਖ ਸਮੂਹ ਨੂੰ ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ ਜੀ ਇਤਿਹਾਸਕ ਤੱਥ ਅਨੁਸਾਰ ਖਾਲਸਾ ਅਥਵਾ ਸਿੱਖ ਸਿੰਘ ਇੱਕੋ ਵਿਅਕਤੀ ਹਸਤੀ ਹੈ। ਜੀ 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 ਜੀ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ, ਲਿਖਤ ਰੂਪ ਵਿੱਚ ਸਾਡਾ ਇਤਿਹਾਸ ਹੈ। ਜੀ 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 ਜੀ। ਅੱਜ ਸਿੱਖ ਸਿੰਘ ਖਾਲਸਾ ਜੋ ਗੁਰੂ ਦਸਮ ਪਾਤਸ਼ਾਹ ਜੀ ਤੱਕ, ਦਸਵੇਂ ਪਾਤਸ਼ਾਹੀਆਂ ਦੇ ਨਕਸ਼ੇ ਕਦਮ ਤੇ, ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਤੇ ਇੰਟਰਨੈਸ਼ਨਲ ਲੈਵਲ ਤੇ ਉਹ ਸਾਰੀ ਧਰਤੀ ਦੇ ਕੋਨੇ-ਕੋਨੇ ਤੇ ਉਹ ਸੇਵਾ ਕਰ ਰਿਹਾ ਹੈ। ਉਹ ਵਸਨੀਕ ਹੈ, ਉਹ ਸਾਰੀ ਮਨੁੱਖਤਾ ਦਾ ਸੇਵਕ ਹੈ, ਉਹ ਸਾਰੀ ਮਨੁੱਖਤਾ ਦਾ ਜੋ ਹੈ ਉਹ ਸਾਥੀ ਹੈ। ਜੀ ਜੀ ਬਹੁਤ ਬਹੁਤ ਧੰਨਵਾਦ ਸਾਹਿਬ ਪਿਆਰਾ ਸਿੰਘ। ਇਹਦੇ ਨਾਲ ਕਿਸੇ ਇੱਕ ਰਾਸ਼ਟਰ ਦਾ ਨਹੀਂ ਵੇਰਵਾ ਕਰ ਦਈਏ। ਠੀਕ ਹੈ, ਬਹੁਤ ਬਹੁਤ ਧੰਨਵਾਦ। ਜੇ ਕੋਈ ਨਾਗਪੁਰ ਬੈਠਾ ਕੋਈ ਗਲੀਆਂ ਦੇ ਵਿੱਚ ਆਖੇ ਵੀ ਇਹ ਕੋਈ RSY ਹੈ, ਤਾਂ ਉਹ RSS ਉਸੇ ਨਾਗਪੁਰ ਦੀ ਗਲੀ ਦਾ ਹੋ ਸਕਦਾ ਹੈ। ਹਾਂਜੀ ਹਾਂਜੀ ਠੀਕ ਹੈ। ਗੁਰੂ ਖਾਲਸਾ ਨਾਲ ਉਸਦਾ ਕੋਈ ਸੰਬੰਧ ਨਹੀਂ। ਠੀਕ ਹੈ ਠੀਕ ਹੈ। ਕਿਉਂਕਿ ਉਹਨਾਂ ਨੂੰ ਗੁਰ ਸੰਗਤ ਕੀਨੀ ਖਾਲਸਾ ਵਿੱਚ ਜੋ ਵਿਸ਼ਵਾਸ ਹੀ ਨਹੀਂ ਹੈ। ਹਾਂਜੀ ਹਾਂਜੀ ਠੀਕ ਹੈ, ਉੱਥੇ ਰਵੇ। ਠੀਕ ਹੈ, ਠੀਕ ਹੈ ਪਿਆਰਾ ਸਿੰਘ ਜੀ, ਤੁਹਾਡਾ ਸੁਨੇਹਾ ਬਹੁਤ ਧੰਨਵਾਦ। ਤੁਹਾਡਾ ਪੈਗਾਮ ਦੇਣ ਲਈ ਤੁਹਾਡਾ ਸੁਨੇਹਾ ਸਾਰੀ ਜਗ੍ਹਾ ਗਿਆ। ਹੈਲੋ ਕੌਣ ਬੋਲ ਰਹੇ ਜੀ? ਹੈਲੋ ਸਤਿ ਸ਼੍ਰੀ ਅਕਾਲ ਅੰਬਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਸੁਣ ਕੇ ਤੇ ਮੈਂ ਆਪ ਵੀ ਤੇ ਦਿਮਾਗ ਵੀ ਸਟੈਂਡ ਸਟਿਲ ਹੀ ਹੋ ਗਿਆ। ਪਰ
ਇਹ ਲੰਬਾ ਸਾਹਿਬ ਸਵਾਰਥੀ ਸਮਾਜ ਵਿੱਚ ਰਹਿਣਾ ਬੜਾ ਹੀ ਮੁਸ਼ਕਲ ਹੁੰਦਾ ਹੈਗਾ। ਇਹ ਮੁੱਦਾ ਕਿਉਂ ਉੱਠਿਆ ਹਾਂਜੀ ਕਿ ਜਦੋਂ ਸਿੱਖਾਂ ਨੂੰ ਆਪਣੀ ਹਸਤੀ ਦੀ ਹੋਂਦ ਦਾ ਖਤਰਾ ਪੈਦਾ ਹੋਇਆ। जी 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 हम ते सबको मीत हम आपन कीना हम सबना के साजन है, ना हम हिंदू ना मुसलमान हैं। जिस तरह के हमरा झगड़ा रहा ना कोई पंडित मुल्ला छाड़े दो हाँ जी ਸਾਡੇ ਦੋ ਹਾਂਜੀ ਇਹ ਸਿੱਖ ਹਸਤੀ ਉਦੋਂ ਹੀ ਜਦੋਂ ਅਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮੈਂ ਆਪਣਾ ਸੁੱਤ ਤੋਂ ਹੀ ਨਵਾਜਾ ਕਹਿ ਕੇ ਇਸ ਜਗਤ ਵਿੱਚ ਭੇਜਿਆ ਸੀ, ਇੱਕ ਐਸਾ ਨਿਰਾਲਾ ਪੰਥ ਸਾਜਣ ਵਾਸਤੇ ਜੀ। ਤੇ ਇਹਨਾਂ ਹਿੰਦੂਆਂ ਦੇ ਨਾਲ ਸਾਡਾ ਕੋਈ ਚੀਜ਼ ਵੀ ਨਹੀਂ ਰਲਦੀ, ਨਾ ਧਰਮ ਗ੍ਰੰਥ ਰਲਦੇ ਆ, ਨਾ ਤੀਰਥ ਰੱਖਦੇ ਆ, ਨਾ ਪ੍ਰਿਯ ਸਥਾਨ ਰੱਖਦੇ ਆ, ਨਾ ਪੂਜਾ ਰੱਖਦੀ ਆ। ਇਹ ਪੂਰਬ ਨੂੰ ਕਰਕੇ ਪੂਜਾ ਕਰਦੇ ਆ ਸਿੱਖ ਚਾਰੇ ਪਾਸਿਆਂ ਨੂੰ ਤਰਫ ਨੂੰ, ਨਾ ਇਹਨਾਂ ਦੇ ਸੰਧਿਆ ਕਰਮ, ਨਾ ਇਹਨਾਂ ਦਾ ਕੋਈ ਸੰਸਕਾਰ ਰਲਦਾ ਹੈਗਾ। ਜਿਵੇਂ ਜਨੇਊ ਮੁੰਡਨ ਕਰਦੇ ਆ ਸਿੱਖ, ਸਿਰਫ ਅੰਮ੍ਰਿਤ ਛਕਦੇ ਆ। ਇਹਨਾਂ ਦੇ ਚਿੰਨ੍ਹ ਵੀ ਵੱਖਰੇ ਆ, ਤਿਲਕ ਮਾਲਾ ਜਨੇਊ ਧੋਤੀਆਂ ਸਭ ਵੱਖਰੇ ਹੈਗੇ। ਸਿੱਖਾਂ ਦੇ ਆਪਣੇ ਦਾ ਲਿਬਾਸ ਹੈ, ਕੇਸ ਕਿਰਪਾਨ ਭਾਵ ਸਾਰੇ ਕਕਾਰਾਂ ਦਾ। ਇਹਨਾਂ ਦੇ ਜਿਹੜੇ ਦਿਨ ਦਿਹਾੜ ਉਹ ਵੀ ਗੁਰਪੁਰਬ ਵੀ ਆਪੋ ਆਪਣੇ ਹੈਗੇ ਆ। ਤੇ ਇਹ ਬੜੀਆਂ ਵਰਤਾਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਵਿੱਚ ਸਿੱਖ ਯਕੀਨ ਨਹੀਂ ਰੱਖਦਾ, ਜਿਹਨਾਂ ਦੇ ਵਿੱਚ ਇਹ ਰੱਖਦੇ ਹੈਗੇ ਆ। ਇਹ ਪੂਜਾ ਮੂਰਤੀ ਦੀ ਪੂਜਾ ਕਰਦੇ। ਅੱਜ ਇਹਨਾਂ ਦੀ ਸੰਤਾਨ ਜਿਹੜੀ ਇੱਥੇ ਆ ਨਾ ਜੀ ਲਾਂਬਾ ਸਾਹਿਬ, ਉਹ ਵੀ ਇਹਨਾਂ ਨੂੰ ਇਹ ਕਹਿਣ ਲੱਗ ਪਈ ਆ ਕਿ ਅਸੀਂ ਨਹੀਂ ਮੰਦਿਰ ਜਾਣਾ, ਤੁਹਾਡੇ ਕਿੰਨੇ ਕੁ ਗੋਡ ਹੈਗੇ ਆ। ਬਹੁਤ ਬਹੁਤ ਤੁਹਾਡਾ ਧੰਨਵਾਦ। ਪਰ ਇੱਕ ਗੱਲ ਮੈਂ ਜ਼ਰੂਰ ਬੇਨਤੀ ਕਰਨੀ ਚਾਹਾਂਗਾ ਕਿ ਇਹੀ ਜਿਹੜੇ ਚਿੰਨ੍ਹ ਹੈਗੇ ਹੈ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਹੈ, ਇਹਨਾਂ ਦੀ ਖਾਤਰ ਹੀ ਗੁਰੂ ਸਾਹਿਬ ਨੇ ਆਪਣੀ ਜਾਨ ਤੱਕ ਵੀ ਕੁਰਬਾਨ ਕਰ ਦਿੱਤੀ ਸੀ। ਇਹ ਬਹੁਤ ਵੱਡੀ ਗੱਲ ਹੈਗੀ ਹੈ ਕਿ ਕਿਸੇ ਦਾ ਵਿਰੋਧ ਨਹੀਂ ਹੈ। ਸਿਰਫ ਗੱਲ ਇੰਨੀ ਕੁ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਦੋਂ ਪੁੱਛਿਆ ਸੀ ਉਹਦੇ ਬਹਾਦਰ ਸ਼ਾਹ ਦੇ ਪੀਰ ਨੇ ਕਿ ਪੀਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛਿਆ, ਪੀਰ ਮਜ਼ਹਬ ਤੁਮਾਰਾ ਖੂਬ ਕਿ ਹਮਾਰਾ ਖੂਬ, ਤਾਂ ਉਹਨਾਂ ਨੇ ਕਿਹਾ ਸੀ ਤੁਮ ਕੋ ਤੁਮਾਰਾ ਖੂਬ ਹਮ ਕੋ ਹਮਾਰਾ ਖੂਬ। ਭਾਵੇਂ ਕਿਸੇ ਦੇ ਕੋਈ ਵਿਚਾਰ ਹੈ, ਗੁਰਮਤਿ ਦੇ ਸਿਧਾਂਤ ਮੁਤਾਬਕ ਉਹਨਾਂ ਨੂੰ ਆਪਣੇ ਆਪ ਉਹਨਾਂ ਵਿਚਾਰਾਂ ਤੇ ਚੱਲਣ ਦਾ ਹੱਕ ਹੈ, ਪਰ ਸਾਡਾ ਵੀ ਹੱਕ ਹੈ ਕਿ ਅਸੀਂ ਵੀ ਆਪਣੇ ਆਪ ਨੂੰ ਗੁਰੂ ਦਾ ਸਿੱਖ ਅਖਵਾ ਕੇ ਆਪਣਾ ਜੀਵਨ ਜਾਂਚ ਵਿੱਚ ਰਹੀਏ। ਬਹੁਤ ਬਹੁਤ ਧੰਨਵਾਦ ਤੁਹਾਡਾ। ਹੈਲੋ ਹੈਲੋ, ਉਹ ਮੇਰਾ ਨਾ ਬਾਲੀ ਬੋਲਦਾ ਜੀ, ਮੇਰਾ ਕੱਟਿਆ ਗਿਆ ਸੀ। ਨਹੀਂ ਮੈਂ ਕਰਤਾ, ਮੈਂ ਹੋਰ ਕਿਸੇ ਦਾ ਲੈ ਲਵਾਂ ਜੇ ਇਜਾਜ਼ਤ ਹੋਏ। ਤੁਹਾਡਾ ਕਾਫੀ ਮੇਰੀ ਉਹ ਗੱਲ ਪੂਰੀ ਹੋ ਲੈਣ ਦਿਓ ਜੀ। ਦੱਸੋ ਕੀ ਕਹਿਣਾ ਸੰਖੇਪ ਵਿੱਚ, ਬਹੁਤ ਸੰਖੇਪ ਵਿੱਚ, ਮੈਨੂੰ ਬ੍ਰੇਕ ਲੈਣੀ ਪੈਣੀ ਹੈ ਜੀ। ਮੈਂ ਮੁਸਲਮਾਨਾਂ ਦੇ ਐਂਟੀ ਨਹੀਂ ਕੀਤੀ। ਉਹ ਨਵਾਜ਼ ਮਲੇਰਕੋਟਲਾ ਵੀ ਮੁਸਲਮਾਨ ਹੀ, ਮੀਆਂ ਮੀਰ ਜੀ ਜਿੰਨਾ ਸ੍ਰੀ ਹਰਿਮੰਦਰ ਸਾਹਿਬ ਦੀ ਨਹੀਂ ਰੱਖੀ ਉਹ ਵੀ ਬਿਲਕੁਲ। ਇਹ ਅਸੀਂ ਬੜੀ ਵਾਰੀ ਕਰ ਚੁੱਕੇ ਹਾਂ। ਇੱਕ ਸਮਾਂ ਹੈ ਇੱਕ ਵਕਫੇ ਦਾ, ਤੇ ਬੇਨਤੀ ਹੈ ਇਜਾਜ਼ਤ ਦਿਓ। ਤੇ ਬਿਲਕੁਲ ਤੁਹਾਡਾ ਜਿਹੜਾ ਸੁਨੇਹਾ ਹੈ ਅਸੀਂ ਦੁਹਰਾ ਵੀ ਚੁੱਕੇ ਹਾਂ ਔਰ ਤੁਹਾਡੇ ਨਾਲ ਅਸੀਂ ਸਹਿਮਤ ਹਾਂ। ਗੁਰੂ ਸਾਹਿਬ ਦੇ ਨਾਲ ਸਾਰੇ ਸਣ, ਹਰ ਕਿਸੇ ਨੇ ਗੁਰੂ ਸਾਹਿਬ ਦੇ ਨਾਲ, ਜੇ ਮੋਤੀ ਰਾਮ ਮਹਿਰਾ ਹੈ ਨਾਲ, ਤਾਂ ਨਾਲ ਗੁਰੂ ਸਾਹਿਬ ਦੇ ਮਲੇਰਕੋਟਲੇ ਦਾ ਨਵਾਬ ਵੀ ਖੜਾ ਹੈ। ਹਰ ਇਨਸਾਫ ਪਸੰਦ ਜਿਹੜਾ ਵਿਅਕਤੀ ਸੀ ਉਹ ਗੁਰੂ ਸਾਹਿਬ ਦੇ ਨਾਲ ਖੜਾ ਹੈ। ਬਹੁਤ ਬਹੁਤ ਧੰਨਵਾਦ। ਸਮਾਂ ਹੈ ਇੱਕ ਛੋਟੇ ਜਿਹੇ ਵਕਫੇ ਦਾ, ਉਹਦੇ ਬਾਅਦ ਮੁੜ ਹਾਜ਼ਰ ਹੁੰਦੇ ਹਾਂ। ਤੁਸੀਂ ਆਪਣੇ ਵਿਚਾਰ ਜ਼ਰੂਰ ਦਰਜ ਕਰਾਓ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਜਦੋਂ ਸਿੱਖ ਸਿੱਖੀ ਦੇ ਵਿੱਚ ਸ਼ਾਮਲ ਹੁੰਦਾ, ਉਸ ਨੂੰ ਗੁਰੂ ਦੀਕਸ਼ਾ ਜਿਹੜੀ ਦਿੱਤੀ ਜਾਂਦੀ, ਉਸ ਵਿੱਚ ਇਹੀ ਦੁਹਰਾਇਆ ਜਾਂਦਾ ਹੈ, ਸਤਿਗੁਰ ਕੇ ਜਨਮੇ ਗਵਨ ਬਿਟਾਇਆ, ਤੇਰਾ ਪਿਛਲਾ ਕੁਲ ਨਾਸ ਧਰਮ ਨਾਸ ਜਾਤ ਨਾਸ ਸਭ ਖਤਮ ਹੈ, ਅੱਜ ਤੋਂ ਬਾਅਦ ਤੇਰਾ ਜਨਮ ਸਤਿਗੁਰੂ ਦੇ ਘਰ ਹੋ ਗਿਆ ਹੈ। ਸੋ ਇਹ ਖਾਲਸਾ ਅਕਾਲ ਪੁਰਖ ਦਾ ਹੈ, ਕਿਸੇ ਵਿਅਕਤੀ ਦਾ, ਕਿਸੇ ਵਿਸ਼ੇਸ਼ ਰਾਸ਼ਟਰ ਦਾ, ਕਿਸੇ ਹੋਰ ਦਾ ਉਪਾਸ਼ਕ ਨਹੀਂ ਹੋ ਸਕਦਾ। ਜਾਗਤ ਜੋਤ ਜਪੇ ਨਿਸਬਾਸਰ, ਏਕ ਬਿਨਾ ਮਨ ਨੈਕ न आने, या पाए गहे जपते तुमरे तपते कहूँ आँख तरह नहीं आन्यो, राम रहीम पुराण कुरान अनेक कहें मत एक न मान्यो, सिमरत शास्त्र वेद सब है बहु भेद कहें हम एक न जान्यो, सिरी अस्पान कृपा तुमरी कर मैं न कहो सब तोहे बखान्यो दा उपासक है। ਤੁਹਾਡੇ ਵਿਚਾਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੌਣ ਬੋਲ ਰਹੇ ਭਾਈ ਸਾਹਿਬ? ਮੈਂ ਲਾਂਬਾ ਸਾਹਿਬ ਨਾਲ ਗੱਲ ਕਰਨੀ ਜੀ। ਬੋਲ ਰਹੇ ਹਾਂ ਜੀ। ਮੈਂ ਕੌਣ ਬੋਲ ਰਹੇ? ਮੈਂ ਕੁਲਵਿੰਦਰ ਸਿੰਘ ਬੋਲਦਾ ਜੀ, ਕੈਨੇਡਾ ਤੋਂ, ਸਰੀ ਤੋਂ। ਜੀ ਭਾਈ ਸਾਹਿਬ, ਹੁਕਮ ਕਰੋ। ਹੁਕਮ ਤਾਂ ਨਹੀਂ ਜੀ, ਵਿਸ਼ੇ ਬਾਰੇ ਤਾਂ ਤੁਸੀਂ ਬਿਲਕੁਲ ਪਹਿਲਾਂ ਵਿਸਥਾਰ ਨਾਲ ਦੱਸ ਹੀ ਦਿੱਤਾ ਹੈ ਜੀ। ਤੇ ਮੇਰੀ ਬੇਨਤੀ ਇਹ ਹੈ, ਜੋ
ਉਸ ਘਰ 'ਚ ਦਾਖਲ ਹੁੰਦੇ ਜਿੱਥੇ ਕੁਝ ਹੋਵੇ ਜੀ ਤੇ ਕਾਮਯਾਬ ਉਹ ਉੱਥੇ ਹੋ ਜਾਂਦੇ ਜਿੱਥੇ ਘਰ ਵਾਲੇ ਸੁੱਤੇ ਰਹਿਣ। ਬਿਲਕੁਲ ਠੀਕ, ਬਿਲਕੁਲ ਸਹੀ ਗੱਲ ਹੈ। ਤੇ ਇਸ ਬਾਰੇ ਪਹਿਲਾਂ ਵੀ ਬਹੁਤ ਵਾਰੀ ਤੁਸੀਂ ਦੱਸ ਚੁੱਕੇ ਹੋ ਜੀ। ਮੈਂ ਬੇਨਤੀ ਸਿਰਫ ਇਹੀ ਕਰਨੀ ਜਿਹਨੇ ਸਾਰਿਆਂ ਨਾਲੋਂ ਵੱਡਾ ਕਸੂਰ ਤੇ ਸਾਡਾ ਲੋਕਾਂ ਨੂੰ ਜਾਂ ਸਿੱਖਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਦਾ ਵੀ ਇਹ ਗੁਰੂ ਘਰ ਹੈ ਕਿ ਗੁਰੂ ਦਰ ਹੈ। ਜੀ ਜੀ ਬਿਲਕੁਲ 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 ਤੇ ਠੀਕ ਹੈ। ਮੈਂ ਜੇ ਗਲਤ ਨਹੀਂ ਕਹਿ ਰਿਹਾ ਤੇ ਵੈਸੇ 50% ਤਾਂ ਬਿਲਕੁਲ ਠੀਕ ਹੋਵਾਂਗਾ। 95% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਗੁਰਦੁਆਰੇ ਆਏ ਕਾਹਦੇ ਲਈ ਹੈ, ਜੀ 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 ਵੀ ਜੀ ਆਉਣ ਦਾ ਕਾਰਨ ਕੀ ਹੈ। ਜੀ ਜੀ ਦੂਜਿਆਂ ਨੂੰ ਦੋਸ਼ ਤਾਂ ਅਸੀਂ ਤਾਂ ਦੇਾਂਗੇ ਜੇ ਅਸੀਂ ਆਪ ਠੀਕ ਹੋਵਾਂਗੇ। ਠੀਕ ਹੈ, ਠੀਕ ਹੈ, ਬਹੁਤ ਬਹੁਤ ਜੀ ਜੀ। ਮੇਰੀ ਇੱਕ ਲਾਸਟ ਬੇਨਤੀ ਇਹ ਹੈ ਵੀ ਜੇ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਇੱਕ ਵਾਰੀ ਮਸਕੀਨ ਉਹਨਾਂ ਦੀ ਉਹ ਕਿਤਾਬ ਜਿਹੜੀ ਉਹਨਾਂ ਨੇ 20-25 ਸਾਲ ਪਹਿਲਾਂ ਲਿਖੀ ਸੀ ਨਾ, ਜੀ ਗੁਰਦੁਆਰੇ ਦੇਸ਼ ਵਿਦੇਸ਼ ਦੇ ਗੁਰਦੁਆਰੇ ਤੇ ਪ੍ਰਬੰਧਕ ਢਾਂਚਾ, ਹਾਂਜੀ ਉਹ ਜ਼ਰੂਰ ਪੜ੍ਹ ਲੈਣੀ ਚਾਹੀਦੀ ਹੈ। ਠੀਕ ਹੈ, ਅਸੀਂ ਉਹਦੇ ਤੇ ਜ਼ਰੂਰ ਵਿਸਥਾਰ ਸਹਿਤ ਕਿਸੇ ਵੇਲੇ ਉਹਦੀ ਵਿਆਖਿਆ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਬਹੁਤ ਤੁਹਾਡਾ। ਹਾਂਜੀ, ਕੌਣ ਬੋਲ ਰਹੇ ਜੀ? ਲਾਂਬਾ ਸਾਹਿਬ ਜੀ, ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਭਾਈ ਸਾਹਿਬ ਜੀ? ਮੈਂ ਭੁਪਿੰਦਰ ਸਿੰਘ ਨੰਦਾ ਬਰੈਂਪਟਨ ਤੋਂ ਬੋਲ ਰਿਹਾ ਜੀ। ਨੰਦਾ ਸਾਹਿਬ ਜੀ, ਆਇਆਂ ਨੂੰ ਹੁਕਮ ਕਰੋ। ਤੁਸੀਂ ਜ਼ਿਕਰ ਕੀਤਾ ਆਰਐਸਐਸ ਆਇਆ ਜੀ। ਆਰਐਸਐਸ ਔਰ ਬੀਜੇਪੀ ਇੱਕ ਹੈਗੇ ਜੀ। ਬੀਜੇਪੀ ਔਰ ਸ਼੍ਰੋਮਣੀ ਅਕਾਲੀ ਦਲ ਇੱਕ ਹੀ ਸਮਝੋ, ਕਿਉਂਕਿ ਉਹ ਬਾਦਲ ਲੜੀ ਉਹਨਾਂ ਦੇ ਆ ਤੇ ਉਹ ਹੈਗੇ ਜੀ। ਸਾਡਾ ਫਿਊਚਰ ਕਿਸ ਤਰ੍ਹਾਂ ਸ਼ੇਪ ਹੋ ਸਕਦਾ ਹੈ? ਜੀ। ਸਿੱਖ ਜਿਹੜੇ ਨਾ ਦੇ ਲੈ ਕੇ ਲੀਡਰਸ਼ਿਪ, ਸਾਡਾ ਕੋਈ ਲੀਡਰ ਪਿਓਰ ਹੈ ਨਹੀਂ। ਹਾਂਜੀ। ਅਕਾਲ ਤਖਤ ਵੀ ਸ਼੍ਰੋਮਣੀ ਕਮੇਟੀ ਦੇ ਅੰਦਰ ਹੈ ਜੀ। ਉਹ ਵੀ ਉਹਨਾਂ ਦਾ ਹੀ ਹੈ। ਠੀਕ ਹੈ। ਤੇ ਜਿਹੜਾ ਬਾਦਲ ਲੜੀ ਹੁਣ ਉਹ ਵੱਲਭ ਭਾਈ ਪਟੇਲ ਦੇ ਮਗਰ ਲੱਗੇ ਆ ਜੀ। ਜੋ ਉਹਦੇ ਸਮੇਂ ਸਾਡਾ ਨੁਕਸਾਨ ਹੋਇਆ ਉਹ ਸਾਨੂੰ ਪਤਾ। ਠੀਕ ਹੈ। ਸਰਦਾਰ ਕਪੂਰ ਸਿੰਘ ਹੁੰਦੇ ਸੀ ਡੀਸੀ, ਹਾਂਜੀ ਡੀਸੀ ਹੁੰਦੇ ਸੀ ਹੁਸ਼ਿਆਰਪੁਰ। ਹਾਂਜੀ ਉਹਨਾਂ ਨੂੰ ਜਦੋਂ ਹੋਮ ਮਿਨਿਸਟਰੀ ਦਾ ਉਹ ਨੋਟਿਸ ਮਿਲਿਆ, ਸਰਕੂਲਰ ਮਿਲਿਆ ਹਾਂਜੀ ਕਿ ਸਿੱਖ ਕ੍ਰਿਮੀਨਲ ਟ੍ਰਾਈਬਸ ਹੈਗੇ, ਇਹਨਾਂ ਦੀ ਰੀਸੈਟਲਮੈਂਟ ਦਾ ਖਿਆਲ ਰੱਖਿਆ ਜਾਏ, ਹਾਂਜੀ ਇੱਕ ਜਗ੍ਹਾ ਇਕੱਠੇ ਨਾ ਹੋਣ। ਹਾਂਜੀ। ਉਹ ਲੈਟਰ ਮਾਸਟਰ ਤਾਰਾ ਸਿੰਘ ਜੀ ਕੋਲ ਲੈ ਗਏ ਵੀ ਅਸੀਂ ਤੇ ਜੇਲ੍ਹਾਂ ਕੱਟ ਕੇ ਮਰ ਗਏ ਤੇ ਆਹ ਸਾਡਾ ਹਾਲ ਹੈ। ਸਿੱਖ ਜਿਹੜੇ ਪਹਿਲੇ ਮੁਗਲਾਂ ਨਾਲ ਆਪਣੀ ਐਗਜ਼ਿਸਟੈਂਸ ਹੀ ਲੜਦੇ ਰਹੇ, ਹੁਣ ਅਸੀਂ ਆਪਣੀ ਹੋਂਦ ਲਈ ਇਹਨਾਂ ਕੋਲ ਲੜਦੇ ਆ ਜਿਨ੍ਹਾਂ ਲਈ ਅਸੀਂ ਨੇ ਕੁਰਬਾਨੀਆਂ ਕੀਤੀਆਂ। ਚਲੋ, ਬਹੁਤ ਗੁਰੂ ਜਿਹੜਾ ਹੈ ਪੰਥ ਦਾ ਵਾਲੀ ਮੌਜੂਦ ਹੈ, ਉਸਨੇ ਪੰਥ ਦੀ ਬਾਂਹ ਫੜਨੀ ਹੈ। ਕੋਈ ਹਾਂਜੀ ਬਹੁਤ। ਹਾਂਜੀ, ਕੌਣ ਬੋਲ ਰਹੇ ਜੀ? ਹੈਲੋ ਹੈਲੋ ਹੈਲੋ। ਬਹੁਤ ਬਹੁਤ ਧੰਨਵਾਦ। ਥੈਂਕ ਯੂ। ਹੈਲੋ ਹੈਲੋ ਹੈਲੋ। ਹਾਂਜੀ ਹਾਂਜੀ ਰਾਮਾ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੌਣ ਬੋਲ ਰਹੇ ਜੀ? ਮੈਂ ਨਰਿੰਦਰ ਸਿੰਘ ਬੋਲ ਰਿਹਾ ਫੀਨਿਕਸ ਤੋਂ। ਜੀ। ਬਸ ਤੁਸੀਂ ਸਾਡੇ ਕੋਲ 10 ਸੈਕਿੰਡ ਹੈਗੇ, ਕਿਰਪਾ ਕਰਕੇ ਜਿਸ ਸੁਨੇਹਾ ਦੇ ਸਕਦੇ ਹੋ, ਸਮਾਂ ਇਜਾਜ਼ਤ ਨਹੀਂ ਦੇ ਰਿਹਾ ਜੀ। ਹੁਕਮ ਕਰੋ। ਮੈਂ ਇੱਕ ਪ੍ਰੋਗਰਾਮ ਹੋਰ ਚਾਲੂ ਕਰਨਾ ਚਾਹੁੰਦਾ ਜੀ। ਸਵਾਮੀ ਦਇਆਨੰਦ ਜੀ ਅਤੇ ਉਹਨਾਂ ਦੀ ਲਿਖੀ ਹੋਈ ਪੁਸਤਕ ਜਿਹੜੀ ਸਤਿਆਰਥ ਪ੍ਰਕਾਸ਼ ਹੈ, ਜੀ 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 ਜੀ, ਉਹਦੇ ਵਿੱਚ ਜੋ ਕੁਝ ਸਿੱਖਾਂ ਬਾਰੇ ਜਾਂ ਗੁਰਸਿੱਖੀ ਦੇ ਉਲਟ ਲਿਖਿਆ ਗਿਆ ਉਹਦਾ ਵੀ ਇੱਕ ਦਿਨ ਪ੍ਰੋਗਰਾਮ। ਚਲੋ ਚਲੋ ਚਲੋ, ਠੀਕ ਹੈ। ਜੋ ਜ਼ਰੂਰ ਤੁਹਾਡਾ ਹੁਕਮ ਸਿਰ ਮੱਥੇ ਦੇ ਉੱਤੇ। ਅਖੀਰ ਦੇ ਵਿੱਚ ਇੱਕੋ ਗੱਲ, ਗੁਰੂ ਸਾਹਿਬ ਦਾ ਜਿਹੜਾ ਬਚਨ ਹੈ ਭਾਈ ਗੁਰਦਾਸ ਜੀ ਰਾਹੀਂ, ਮੁੱਲ ਨਾ ਮਿਲੇ ਅਮੋਲ ਨਾ ਕੀਮਤ ਪਾਈਏ, ਪਾਏ ਤਰਾਜੂ ਤੋਲ ਨਾ ਅਤੁਲ ਤੁਲਾਈਏ, ਨਿਜ ਘਰ ਤਖਤ ਅਡੋਲ ਨਾ ਡੋਲ ਡੁਲਾਈਏ, ਗੁਰਮੁਖ ਪੰਥ ਨਿਰੋਲ ਨਾ ਰਲੇ ਰਲਾਈਏ। ਇਹਨੂੰ ਕੌਣ ਰਲਾ ਸਕਦਾ ਹੈ? ਇਹਨੂੰ ਕੌਣ ਖਤਮ ਕਰ ਸਕਦਾ ਹੈ? ਪੰਥ ਖਾਲਸਾ ਖੇਤੀ ਮੇਰੀ, ਹੌਂ ਸੰਭਾਲ ਕਰੋ ਤਸਕੇਰੀ। ਗੁਰੂ ਪਾਤਸ਼ਾਹ ਗੁਰੂ ਕਲਗੀਧਰ ਪਿਤਾ ਦਾ ਹੁਕਮ ਹੈ। ਤੁਸੀਂ ਸਾਨੂੰ ਜ਼ਰੂਰ ਈਮੇਲ ਕਰੋ lamba@getpunjabi.tv। ਇੱਕ ਹੋਰ ਪ੍ਰੋਗਰਾਮ ਲੈ ਕੇ ਮੁੜ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।